सदाया सच्चा परमदार त्रिगुण माया सिर के सिरजनहार लेख लिखाया सबसे ले आधार ना तोड़ तुलाया लिखया चित्त नावान ना महाजनाया वेद देव विचार ना आप सुनाया। वाहिगुरू जी का खालसा वाहिगुरू जी की फतेह। परम सन्मानयोग सत्कारयोग गुरु सवारी गुरु प्यारी गुरु का खास को खालसा साधु संगत की सतगुਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸੰਤਾਨ ਬਿੰਦ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਦੀ ਦੇ ਮਾਲਕ ਇਹਨਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਸਤਿਗੁਰੂ ਗਰੀਬ ਨਿਵਾਸ ਦਾਤਾਰ ਪ੍ਰਭੂ ਦੀਨ ਦੁਨੀ ਦੇ ਮਾਲਕ ਸ਼ਬਦਾਂ ਬਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਗੋਦ ਅੰਦਰ ਜੁਗ ਸਾਹਿਬ ਦੇ ਮੁਬਾਰਕ ਲੋਕ ਪਰਲੋਕ ਵਿੱਚ ਜਗਣ ਵਾਲੇ ਬਚਨਾਂ ਨੂੰ ਗਿਆਨਕਾਰੀ ਬਚਨਾਂ ਨੂੰ ਗੁਰਮਤਿ ਪ੍ਰਦਾਨਕਾਰੀ ਬਚਨਾਂ ਨੂੰ ਸ਼ਰਧਾ ਭਾਵਨਾ ਅਕੀਦਤ ਦੇ ਨਾਲ ਪੜ੍ਹਦੇ ਸੁਣਦੇ ਆ ਰਹੇ। ਗਰੀਬਵਾਦ ਦਾਤਾਰ ਪ੍ਰਭੂ ਸਾਡੇ ਕਲਮੀ ਜੀਵਾਂ ਦੇ ਉੱਪਰ ਰਹਿਮਤ ਕਰਦੀਆਂ ਹੋਈਆਂ ਸਾਨੂੰ ਲੋਕ ਪਰਲੋਕ ਵਿੱਚ ਸੁਹੇਲੇ ਬਣਾਉਣ ਵਾਸਤੇ ਮੁਬਾਰਕ ਬਚਨ ਬਖਸ਼ਿਸ਼ ਕਰਦੇ ਆ ਰਹੇ। ਇਹ ਬਚਨ ਗੁਰੂ ਸਾਹਿਬ ਨੇ ਜੋ ਕਹੇ ਨੇ ਗੁਰੂ ਕੇ ਸਿੱਖਾਂ ਨੇ ਉਹਨਾਂ ਨੂੰ ਹਿਰਦੇ ਦੇ ਵਾਹਿਗੁਰੂ ਵਾਹਿਗੁਰੂ ਵਿਸਾ ਕਰਕੇ ਦੀਨ ਦੁਨੀਂ ਦੇ ਮਾਲਕ ਦੇ ਬਚਨ ਪਰਉਪਕਾਰ ਕਰਦਿਆਂ ਹੋਇਆਂ ਆਉਣ ਵਾਲੇ ਗੁਰਸਿੱਖ ਪੀੜ੍ਹੀਆਂ ਦੇ ਲਈ ਉਹਨਾਂ ਨੂੰ ਕਦਮਬੰਦ ਕਰ ਦਿੱਤਾ ਹੈ। ਜਦ ਕੋਈ ਇਹਨਾਂ ਨੂੰ ਪੜ੍ਹੇਗਾ ਸੁਣੇਗਾ ਭਾਵਨਾ ਸੰਗੀ ਪੜ੍ਹੇਗੇ ਸਤਿਗੁਰੂ ਦੇ ਮਾਰਗ ਤੇ ਚੱਲ ਉਹਨਾਂ ਬਚਨਾਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ ਦੇ ਦੁਆਰਾ ਰਸਨਾ ਉਚਾਰਨ ਕਰਕੇ ਅੰਕੁਰ ਕਰ ਦਿੱਤੇ ਵਾਰਾਂ ਦੇ ਲੋਕਾਈ ਦੇ ਭਲੇ ਦੀ ਖਾਤਰ ਮਹਾਰਾਜ ਦੇ ਗੁਰੂ ਦੇ ਨਾਨਕ ਦੇ ਜੋ ਬਚਨ ਨੇ ਭਾਈ ਗੁਰਦਾਸ ਸਾਹਿਬ ਆਪਣੀਆਂ ਦੁਆਰਾ ਦੇ ਦੁਆਰਾ ਸਾਨੂੰ ਬਖਸ਼ਿਸ਼ ਕਰਦੇ ਆ ਰਹੇ ਨੇ। ਅੱਜ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ 22ਵੀਂ ਵਾਰ ਦੀ ਪਰੰਪਰਾ ਹੁੰਦੀ ਹੈ। ਮੰਗਲ ਉਸ ਮਾਲਕ ਦਾ ਕਰਦੇ ਨੇ ਕਿ ਉਹ ਪਰਿਪੂਰਨ ਪਰਮਾਤਮਾ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ਼ ਦਾਤਾਰ ਪ੍ਰਭੂ ਜੀ ਇੱਕ ਨੇ। ਉਹ ਅਦਵੈਤ ਸਰੂਪ ਨੇ, ਉਹਨਾਂ 'ਚ ਦੁੰਦਵਾਦ ਨਹੀਂ। ਸਾਡੇ ਹਿਰਦਿਆਂ ਦੇ ਅੰਦਰ ਦਵੈਤ ਹੈ, ਦੁਈ ਭਾਵਨਾ ਹੈ ਤੇ ਤਾਂ ਹੀ ਦੁੱਖ ਬਣਿਆ। ਇੱਕ ਛੋੜ ਦੂਜੇ ਲੱਗੇ ਡੂਬੇ ਸੇ ਬੰਜਾਰਿਆ। ਇੱਕ ਨੂੰ ਛੱਡ ਦਿੱਤਾ ਹੈ, ਦੂਜੇ ਦੇ ਨਾਲ ਜੁੜ ਗਏ ਹਾਂ, ਦਵੈਤ ਨਾਲ ਜੁੜ ਗਏ ਹਾਂ। ਨਿਰੰਕਾਰ ਨੂੰ ਛੱਡ ਦਿੱਤਾ ਹੈ, ਸੰਸਾਰ ਨਾਲ ਜੁੜ ਗਏ ਹਾਂ, ਤਾਂ ਹੀ ਦੁੱਖਾਂ ਦਾ ਕਾਰਨ ਹੈ। ਮਹਾਰਾਜ ਮਿਹਰ ਕਰਦੇ ਨੇ, ਉਹ ਇੱਕ ਹੈ, ਉਹ ਅਦੁੱਤੀ ਹੈ, ਅਜਨਮਾ ਹੈ, ਜਿਸ ਜਿਹਾ ਬਰਾਬਰ ਦਾ ਕੋਈ ਨਹੀਂ। ਓੰਕਾਰ
ਇੱਕ ਜਿਹੜਾ ਓੰਕਾਰ ਦੁਆਰਾ ਸਾਰਿਆਂ ਨੂੰ ਪ੍ਰਕਾਸ਼ਦਾ ਹੈ, ਸਾਰਿਆਂ ਨੂੰ ਚਾਨਣ ਮੁਨਾਰਾ ਬਖਸ਼ਦਾ ਹੈ, ਮਿਹਰ ਕਰਦਾ, ਸਾਰਿਆਂ ਦੀ ਉਤਪਤੀ ਕਰਦਾ ਹੈ, ਸਾਰਿਆਂ ਨੂੰ ਰਿਜ਼ਕ ਰੋਜ਼ੀ ਦਿੰਦਾ ਹੈ ਤੇ ਸਾਰਿਆਂ ਦੀ ਸੰਘਾਰਤਾ ਕਰਦਾ ਹੈ, ਸਾਰਿਆਂ ਦੀ ਲੈਤਾ ਕਰਦਾ ਹੈ। ਐਸਾ ਪਰਿਪੂਰਨ ਪਰਮਾਤਮਾ ਜਿਹੜਾ ਹੈ ਉਹ ਸਤ ਹੈ, ਉਹ ਸੱਚ ਸਰੂਪ ਹੈ। ਦੁਨੀਆ ਦਾ ਨਾਸ ਹੁੰਦਾ ਹੈ, ਦੁਨੀਆ ਦੀ ਉਤਪਤੀ ਹੁੰਦੀ ਆ ਔਰ ਦੁਨੀਆ ਦੀ ਪਾਲਣਾ ਪੋਸ਼ਣਾ ਹੁੰਦੀ ਹੈ। ਪਰਮਾਤਮਾ ਦੀ ਉਤਪਤੀ ਕਰਨ ਵਾਲਾ ਕੋਈ ਨਹੀਂ ਹੈ, ਪਰਮਾਤਮਾ ਦੀ ਪਾਲਣਾ ਕਰਨ ਵਾਲਾ ਕੋਈ ਨਹੀਂ ਹੈ, ਪਰਮਾਤਮਾ ਦਾ ਨਾਸ਼ ਕਰਨ ਵਾਲਾ ਕੋਈ ਨਹੀਂ ਹੈ। ਉਹ ਸਭਨਾ ਦਾ ਕਰਦਾ ਹੈ, ਉਹ ਸਭਨਾ ਦਾ ਨਾਸ਼ ਕਰਦਾ ਹੈ, ਸਭਨਾ ਦੀ ਪਾਲਣਾ ਕਰਦਾ ਹੈ, ਸਭਨਾ ਦੀ ਉਤਪਤੀ ਕਰਦਾ ਹੈ। ਐਸਾ ਗੁਰੂ ਜਿਹੜਾ ਹੈ ਉਹ ਚੇਤਨ ਸਰੂਪ ਹੈ। ਗੁਰ ਕਹੀਏ ਚੇਤਨ ਸਰੂਪ ਹੈ, ਉਹਨੂੰ ਚਿਤਵਿਆ ਕਰੀਏ, ਚੇਤੇ ਕਰਿਆ ਕਰੀਏ। ਚਿੰਤਨ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ ਹਿਰਦਿਆਂ ਦੇ ਵਿੱਚੋਂ ਅੰਧਕਾਰ ਚਲਾ ਜਾਵੇਗਾ, ਹਿਰਦਿਆਂ ਦੇ ਵਿੱਚ ਗੁਰੂ ਦਾ ਪ੍ਰਕਾਸ਼ ਹੋ ਜਾਵੇਗਾ, ਹਿਰਦੇ ਪ੍ਰਕਾਸ਼ਮਈ ਹੋਣਗੇ। ਜਿੱਥੇ ਦਿਲ ਅੰਧਿਆਰੀ ਰਾਤ ਹੈ ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਏਗਾ, ਖੇੜਾ ਹੀ ਖੇੜਾ ਹੋ ਜਾਵੇਗਾ। ਉਹਦਾ ਮਿਲਾਪ ਜਦੋਂ ਹੋ ਜਾਂਦਾ, ਉਹਦਾ ਚਿੰਤਨ ਕਰਦੇ, ਫਿਰ ਮਹਾਰਾਜ ਕਹਿੰਦੇ ਪ੍ਰਸਾਦ ਆਨੰਦ ਸਰੂਪ ਹੈ। ਜਿਹੜਾ ਉਹਦਾ ਚਿੰਤਨ ਕਰਦਾ ਹੈ, ਉਹਦੀ ਆਰਾਧਨਾ ਕਰਦਾ ਹੈ, ਉਹਨੂੰ ਜਨਮ ਦਾਤਾ, ਪਰਵਰਿਸ਼ ਦਾਤਾ, ਸੰਘਾਰ ਦਾਤਾ ਜਾਣ ਕੇ ਉਹਦੇ ਚਰਨਾਂ ਵਿੱਚ ਰਜੋਈ ਕਰਦਾ ਹੈ, ਜਿਹਨੂੰ ਉਹ ਗਿਆਨ ਬਖਸ਼ ਦਿੰਦਾ, ਚਾਨਣਾ ਬਖਸ਼ ਦਿੰਦਾ, ਤਰੁੱਠ ਕਰਕੇ ਕਹਿੰਦੇ ਉਹਦੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਂਦੀਆਂ ਨੇ, ਖੇੜੇ ਹੀ ਖੇੜੇ ਆ ਜਾਂਦੇ। ਜੀਵਨ ਉਹਦਾ ਅੰਦਰੋਂ ਬਾਹਰੋਂ ਆਨੰਦਮਈ ਹੋ ਜਾਂਦਾ ਹੈ। ਜਿਹਦੇ ਚਿੱਤ ਵਿੱਚ ਪਰਮਾਤਮਾ ਸਤ ਚਿੱਤ ਆਨੰਦ ਸਰੂਪ ਹੈ, ਉਹ ਪਰਮਾਤਮਾ ਦਾ ਮਿਲਾਪ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਹੁੰਦਾ ਹੈ, ਦੂਜੇ ਦੀ ਕਿਸੇ ਦੀ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹਦੀ ਕਿਰਪਾ, ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ, ਉਹਦੀ ਰਹਿਮਤ ਦੇ ਨਾਲ ਸਭ ਕੁਝ ਹੁੰਦਾ ਹੈ। ਭਾਈ ਸਾਹਿਬ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤੋ ਸਾਲਾਂਘਾ ਦਾ ਮੰਗਲ ਕਰਦੇ। ਨਿਰਾਧਾਰ ਨਿਰੰਕਾਰ ਨਾ ਲੱਖ ਲਖਾਇਆ। ਜਿਹੜਾ ਨਿਰਾਧਾਰ ਨਿਰਾਸਰਾ, ਅਸੀਂ ਸਾਰੇ ਆਸ਼ਰਿਤ ਹਾਂ, ਅਸੀਂ ਆਸਰੇ ਦੇ ਸਹਿਤ ਹਾਂ। ਬੱਚਿਆਂ ਨੂੰ ਮਾਂ ਬਾਪ ਦਾ ਆਸਰਾ ਹੈ, ਵੱਡਿਆਂ ਨੂੰ ਕਿਸੇ ਭੈਣ ਭਾਈ ਦਾ ਆਸਰਾ ਹੈ, ਸਾਰੀ ਕਾਇਨਾਤ ਨੂੰ ਪਰਮਾਤਮਾ ਦਾ ਆਸਰਾ ਹੈ। ਪਰ ਪਰਮਾਤਮਾ ਜਿਹੜਾ ਹੈ ਸਭ ਦਾ ਆਸਰਾ ਹੈ, ਉਹਦਾ ਆਸਰਾ ਕੋਈ ਨਹੀਂ, ਉਹ ਨਿਰਾਸਰੇ ਖੜਾ ਹੈ, ਉਹਨੂੰ ਆਸਰੇ ਦੀ ਲੋੜ ਨਹੀਂ। ਆਸ਼ਰਿਤ ਅਸੀਂ ਹਾਂ, ਉਹ ਨਿਰਾਕਾਰ ਹੈ। ਆਕਾਰ ਨੂੰ ਖਤਰਾ ਹੈ ਕਿ ਇਹ ਬਿਨਸੇਗਾ, ਘਟੇਗਾ, ਵਧੇਗਾ, ਨਸ਼ਟ ਹੋਵੇਗਾ, ਬਣਤਰ ਵਿੱਚ ਆਵੇਗਾ, ਇਹਨੂੰ ਕੋਈ ਮਾਰ ਮੁਕਾਵੇਗਾ। ਪਰ ਨਿਰਾਕਾਰ ਨਿਰਵਜੂਦ ਜਿਹੜਾ ਹੈ ਉਹਨੂੰ ਕੋਈ ਵੀ ਖਤਰਾ ਨਹੀਂ, ਔਰ ਉਹ ਪਰਿਪੂਰਨ ਹੈ। ਉਹਨੂੰ ਮਹਾਰਾਜ ਕਹਿੰਦੇ ਨੇ ਨਿਰਾਹਾਰੀ ਨਿਰਵੈਰ ਸਮਾਇਆ। ਉਹ ਨਿਰਾਹਾਰੀ, ਅਸੀਂ ਤਨ ਸਾਡਾ ਭੋਜਨ ਦੇ ਆਧਾਰ 'ਤੇ, ਭੋਜਨ ਦੇ ਆਸਰੇ ਨਾਲ, ਅੰਨ ਜਲ ਦੇ ਆਸਰੇ ਨਾਲ ਚੱਲਦਾ ਹੈ। ਉਹ ਨਿਰਾਹਾਰ, ਉਹਨੂੰ ਕੋਈ ਲੋੜ ਨਹੀਂ ਪਾਣੀ ਦੀ, ਮਿਲੇ ਜਾਂ ਨਾ ਮਿਲੇ, ਉਹਨੂੰ ਕੋਈ ਲੋੜ ਨਹੀਂ ਅੰਨ ਦੀ, ਉਹਨੂੰ ਕੋਈ ਲੋੜ ਨਹੀਂ ਭੋਜਨ ਦੀ। ਮਹਾਰਾਜ ਸਾਹਿਬ ਕਹਿੰਦੇ ਉਹ ਨਿਰਾਹਾਰੀ ਨਿਰਵੈਰ, ਵੈਰ ਬਰਾਬਰ ਦੇ ਨਾਲ ਹੁੰਦਾ ਹੈ। ਮਾੜੇ ਨੂੰ ਤਾਂ ਅਗਲਾ ਕੁਚਲ ਕੇ ਨਿਕਲ ਜਾਂਦਾ, ਔਰ ਵੈਰ ਵੀ ਨਹੀਂ, ਉਹ ਸਮਾਇਆ ਹੋਇਆ ਸਾਰਿਆਂ ਵਿੱਚ। ਧਾਰ ਖੇਲ ਚਤਰ ਭੁਜ ਕਹਾਇਆ, ਸੰਸਾਰ ਦਾ ਖੇਡਾ ਉਹਨੇ ਰਚਿਆ ਹੈ, ਸਾਰੇ ਉਹਨੂੰ ਚਤਰ ਭੁਜ ਕਹਿੰਦੇ ਨੇ ਪਰਮਾਤਮਾ ਨੂੰ। ਉਹ ਨਿਰੰਕਾਰ ਆਕਾਰ ਉਪਾਇਆ, ਨਿਰਾਕਾਰ ਨੇ
ਆਪਣਾ ਆਕਾਰ ਸੰਸਾਰ ਵਿੱਚ ਪੈਦਾ ਕੀਤਾ ਹੈ। ਔਰ ਨਿਰੰਕਾਰ ਨੇ ਆਕਾਰ ਉਪਾਇਆ, ਮਾਇਆ ਮੋਹ ਹੁਕਮ ਬਣਾਇਆ। ਇਹ ਮਾਇਆ ਦਾ ਤੇ ਮਾਇਆ ਤੇ ਮੋਹ ਜਿਹੜੇ ਉਹਦੇ ਹੁਕਮ ਵਿੱਚ ਬੰਤਰ ਬਣੀ ਔਰ ਉਹਨੇ ਬਣਾਇਆ, ਉਹਨੇ ਇਹਨਾਂ ਨੂੰ ਦੀ ਬੰਤਰ ਬਣਾਈ ਹੈ ਨਿਰੰਕਾਰ ਨੇ। ਇਸ ਕਰਕੇ ਨਿਰੰਕਾਰ ਦਾ ਜਿੱਥੇ ਨਾਮ ਆ ਜਾਵੇ ਨਾ ਮਾਇਆ ਉੱਥੇ ਆਪਣਾ ਪ੍ਰਭਾਵ ਪਾ ਸਕੇ, ਨਾ ਉੱਥੇ ਮੋਹ ਕੁਝ ਕਰ ਸਕੇ। ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਿਰੰਕਾਰ ਆਕਾਰ ਆਸ਼ਲ ਪੂਰਨ ਅਬਨਾਸੀ। ਉਹ ਨਿਰਾਕਾਰ ਹੈ, ਉਹਦਾ ਵਜੂਦ ਕੋਈ ਨਹੀਂ। ਪਰਿਪੂਰਨ ਪਰਮਾਤਮਾ ਦਾ ਕਹਿੰਦੇ ਉਹ ਕਿਸੇ ਦੇ ਛਲਾਵੇ ਵਿੱਚ ਨਹੀਂ ਆਉਂਦਾ। ਦੁਨੀਆਦਾਰਾਂ ਨੂੰ ਛਲਾਵੇ ਵਿੱਚ ਲਿਆਉਂਦੇ, ਛਲ ਜਾਂਦੇ ਨੇ, ਆਪਣਾ ਕਾਰਜ ਕਰ ਜਾਂਦੇ ਆ ਧੋਖੇ ਧੜੀ ਦੇ ਨਾਲ। ਉਹ ਕਿਸੇ ਦੇ ਛਲ ਵਿੱਚ ਨਹੀਂ ਆਉਂਦਾ। ਉਹ ਪੂਰਨ ਹੈ, ਉਹ ਸਰਬ ਜਗਾਵਾਂ ਤੇ ਪਸਰਿਆ ਹੋਇਆ, ਸਰਬ ਹਿਰਦਿਆਂ ਦੇ ਅੰਦਰ ਹਾਜ਼ਰ ਨਾਜ਼ਰ ਹੈ। ਇੱਥੋਂ ਕਰਕੇ ਉਹਦੇ ਨਾਲ ਗੱਲ, ਜਿੱਥੇ ਉਹ ਜਾ ਕੇ ਕੋਈ ਕਾਰਜ ਕਰਦਾ ਹੈ ਉੱਥੇ ਉਹ ਹੈ ਨਹੀਂ, ਜਿੱਥੇ ਉਹ ਖਲੋ ਕੇ ਗੱਲਾਂ ਚਿਤਵ ਕੇ ਆਇਆ ਹੈ ਉੱਥੇ ਉਹ ਪਰਮਾਤਮਾ ਹੈ ਨਹੀਂ। ਜਿਹੜੇ ਹਿਰਦੇ ਦੇ ਅੰਦਰ ਉਹਨੇ ਠੱਗੀ ਠੋਰੀ ਮਾਰਨ ਦੀ, ਚਲਾਕੀ ਕਰਨ ਦੀ ਔਰ ਚਿਤਵਨੀ ਨੂੰ ਚਿਤਵਿਆ ਹੈ, ਉੱਥੇ ਅੰਦਰ ਪਰਮਾਤਮਾ ਬੈਠਾ ਪਹਿਲੇ ਹੀ ਸੁਣ ਲੈਂਦਾ। ਇਹ ਕੀ ਕਰਨਾ ਚਾਹੁੰਦਾ ਹੈ? ਕਹਿੰਦੇ ਉਹ ਪੂਰਨ ਹੈ ਸਾਰੀਆਂ ਜਗ੍ਹਾ ਤੇ। ਇਹ ਮਨੁੱਖ ਮਾਤਰ ਦਾ, ਜੀਵਾਂ ਦਾ ਨਾਸ਼ ਹੁੰਦਾ ਹੈ। ਉਹ ਅਬਨਾਸੀ, ਨਾਸ਼ ਤੋਂ ਰਹਿਤ ਹਰਖ ਵੰਤ ਆਨੰਤ ਰੂਪ ਨਿਰਮਲ ਬੇਗਾਸੀ। ਉਹ ਖੁਸ਼ੀਆਂ ਦਾ ਮੁਜੱਸਮਾ, ਖੁਸ਼ੀਆਂ ਦੇਣ ਹਾਰਾ ਔਰ ਅਨੰਤ ਰੂਪ, ਬੇਅੰਤ ਰੂਪ ਤੇਰੇ ਨਾਰਾਇਣਾ। ਉਹ ਅਨੰਤ ਬੇਅੰਤ, ਉਹਦੇ ਰੂਪਾਂ ਦਾ ਕੋਈ ਅੰਤ ਨਹੀਂ। ਨਿਰਮਲ ਮਾਇਆ ਮੋਹ ਦੀ ਮੈਲ ਜਿਹੜੀ ਆ ਉਹਦੇ ਤੋਂ ਪਰਮਾਤਮਾ ਰਹਿਤੇ। ਮਾਇਆ ਮੋਹ ਦੀ ਮੈਲ ਜਿਹੜੀ ਆ ਉਹਨੂੰ ਚਿੰਬੜ ਨਹੀਂ ਸਕਦੀ। ਉਹ ਸਦਾ ਬੇਗਾਸੀ, ਖੜਾਵਟ ਵਿੱਚ ਰਹਿੰਦਾ ਹੈ। ਉਹਦਾ ਸਿੱਖ, ਉਹਦਾ ਪਿਆਰਾ ਸਦਾ ਖੁਸ਼ੀਆਂ ਦੇ ਖੇੜੇ ਵਿੱਚ ਰਹਿੰਦਾ ਹੈ, ਖੁਸ਼ੀਆਂ ਦਾ ਖੇੜਾ ਬਣਦਾ ਰਹਿੰਦਾ ਹੈ। ਗੁਣ ਗਾਵਹਿ ਬੇਅੰਤ। ਉਹ ਰੱਬ ਦਾ ਪਿਆਰਾ ਮਾਲਕ ਬੇਅੰਤ ਦੇ ਗੁਣਾਂ ਨੂੰ ਗਾਉਂਦਾ ਹੈ, ਉਹਨੂੰ ਮਾਲਕ ਨੂੰ ਧਿਆਉਂਦਾ ਹੈ। ਅੰਤ ਇੱਕ ਤਿਲ ਨਹੀਂ ਪਾਸੀ, ਇੱਕ ਤਿਲ ਮਾਤਰ ਵੀ ਪਰਿਪੂਰਨ ਪਰਮਾਤਮਾ ਦਾ ਅੰਤ ਨਹੀਂ ਪਾਉਂਦਾ। ਉਹ ਜਿਹੜਾ ਧਿਆਉਂਦਾ ਹੈ ਅੰਤ ਪਾਉਣ ਵਾਸਤੇ ਨਹੀਂ, ਆਪਣੇ ਆਪ ਨੂੰ ਪ੍ਰਭੂ ਵਿੱਚ ਮਿਲਾਉਣ ਵਾਸਤੇ ਧਿਆਉਂਦਾ ਹੈ, ਪਰਮਾਤਮਾ ਦਾ ਅੰਤ ਪਾਉਣ ਵਾਸਤੇ ਨਹੀਂ। ਮਹਾਰਾਜ ਕਹਿੰਦੇ ਆ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ। ਹੇ ਮਹਾਰਾਜ, ਆਪ ਤੂੰ ਨਿਰੰਕਾਰ ਹੈ ਤੇ ਆਕਾਰ ਹੈ। ਤੂੰ ਆਪਣੇ ਆਪ ਨਿਰਾਕਾਰ ਤੋਂ ਤੂੰ ਆਕਾਰ ਆਪ ਬਣਾਇਆ ਹੈ, ਵਜੂਦ ਆਪ ਬਣਾਇਆ ਹੈ। ਜਿਵੇਂ ਸਾਡਾ ਵਜੂਦ ਕਿਸੇ ਨੇ ਬਣਾਇਆ ਮਾਲਕ ਨੇ ਬਣਾਇਆ ਸਾਡੇ ਆਕਾਰਾਂ ਨੂੰ, ਉਹਦੇ ਹੁਕਮ ਵਿੱਚ ਹੋਏ ਨੇ ਔਰ ਆਕਾਰ ਵਜੂਦ ਬਣੇ ਆ। ਜਿੰਨੀਆਂ ਦੇਵੀਆਂ ਦੇਵਤੇ ਮਨੁੱਖ ਪਸ਼ੂ ਪੰਛੀ ਜੋ ਕੁਝ ਵੀ ਉਹਦੇ ਹੁਕਮ ਵਿੱਚ ਬਣਿਆ ਹੈ ਆਕਾਰ। ਪਰਮਾਤਮਾ ਦਾ ਆਕਾਰ ਕਿਸੇ ਦੂਜੇ ਦੀ ਮਰਜ਼ੀ ਨਾਲ ਨਹੀਂ ਬਣਿਆ, ਉਹਨੇ ਆਕਾਰ ਆਪ ਬਣਾਇਆ ਹੈ। ਆਪ ਨਿਰਗੁਣ ਤੋਂ ਸਰਗੁਣ ਹੋ ਕੇ ਪ੍ਰਗਟਿਆ ਹੈ ਔਰ ਉਹ ਆਪ ਆਕਾਰ ਬਣਾਇਆ ਹੈ। ਉਸਨੇ ਆਪੇ ਭਰਮ ਭੁਲਾਏ, ਆਪ ਹੀ ਜੀਵ ਜਿਹੜੇ ਹਨ ਉਹ ਭੁਲੇਖੇ ਵਿੱਚ ਪਾ ਦਿੱਤੇ। ਕੁਝ ਕਹਿੰਦੇ ਕਿਹੜੇ ਰੱਬ ਨੇ ਬਣਾਇਆ, ਕਿਹੜਾ ਰੱਬ ਰੋਜੀ ਦਿੰਦਾ ਹੈ। ਕਈ ਤਾਂ ਇੱਥੋਂ ਤੱਕ ਉੱਤਰ ਆਉਂਦੇ ਆ, ਤੁਸੀਂ ਵੀ ਸੁਣਦੇ ਹੋ, ਮੈਂ ਵੀ ਸੁਣਦਾ ਰਹਿਣਾ। ਕਹਿਣਗੇ ਰੱਬ ਇੱਥੇ ਆ ਕੇ ਸਾਡੇ ਚੌਕੀ ਮਾਰਦਾ, ਰੱਬ ਆ ਕੇ ਗੋਡੀ ਕਰਦਾ ਕਿ ਪਾਣੀ ਲਾਉਂਦਾ। ਤੇ ਜੇ ਉਹ ਆਪਣੇ ਇੱਕੋ ਤੇਰੇ ਪ੍ਰਾਣ ਖਿੱਚ ਲੈ ਤੇ ਫਿਰ ਕਹੀ ਚੁੱਕ ਕੇ ਦਿਖਾਵੀਂ। ਕਹੀ ਤਾਂ ਚੁੱਕਣੀ ਕਿਧਰੇ ਰਹੀ, ਫਿਰ ਕਿਤੇ ਆਪਣੀ ਅੱਖ ਦੀ ਪਲਕ ਹੀ ਹਿਲਾ ਕੇ ਦਿਖਾਵੀਂ ਖਾਂ। ਮਹਾਰਾਜ ਸਾਹਿਬ ਕਹਿੰਦੇ ਕੁਝ ਐਸੇ ਨੇ ਤੇ ਕੁਝ ਐਸੇ ਨੇ। ਕਹਿਣ ਲੱਗੇ, ਉਹ ਕਹਿੰਦੇ ਸਭ ਕੁਝ ਪ੍ਰਭੂ ਨੇ ਬਣਾਇਆ ਹੈ।
आकार वजूद प्रभु ने बनाया है। और वो परिपूर्ण परमात्मा जिन्हें आकार आप बनाया है ना, वो निर्गुण सरगुण एक। वो आकार निर्गुण सीगा पहला, ते फिर उसे एक परमात्मा ने अपने आप ਨੂੰ ਸਰਗੁਣ ਦੇ ਵਿੱਚ ਪ੍ਰਗਟ ਕੀਤਾ, ਆਕਾਰ ਬਣਾ ਕੇ ਸੰਸਾਰ ਵਿੱਚ ਭੁਕਸ਼ਤ ਹੋਇਆ। ਉਹ ਨਿਰਗੁਣ ਸਰਗੁਣ ਏਕ ਇੱਕ ਹੈ, ਏਕ ਬਖਾਨਨੋ ਉਸ ਇੱਕ ਹੈ, ਇੱਕ ਪ੍ਰਭੂ ਨੂੰ ਏਕ ਬਖਾਨਨੋ, ਇੱਕ ਦਾ ਬਖਿਆਨ, ਇੱਕ ਹੀ ਜਾਣਨਾ ਕਰੋ, ਇੱਕ ਹੀ ਉਹਨੂੰ ਬੋਲਣਾ ਕਰੋ। ਉਹ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ आपन किया नानका आपे ही फिर जाप। वो सरगुण विच आके आप चौंकड़ा ला के निर्गुण दा जाप जपन लग जाता है। वो क्यों? वो संसार नूं दर्शाउण वास्ते, संसार नूं मार्ग दस्सण वास्ते। जिवें बच्चे नूं बुलाउणा है ते माँ बाप पहले बोलदे ना, माँ नूं भी पता हुंदा है, वो हुंदी तां ओहदी माँ ही है ना बच्चे दी। कहेगा कि ਉਹਨੂੰ ਆਵਾਜ਼ ਮਾਰ ਕੇ ਕਹੇਗੀ ਬੇਟਾ ਕਹੋ ਮੰਮਾ, ਕਹੋ ਪਾਪਾ। ਹੁਣ ਹੈ ਤਾਂ ਉਹ ਪਹਿਲਾਂ ਹੀ ਨੇ, ਉਹਦੇ ਕਹਿਣ ਨਾਲ ਜ਼ਿਆਦਾ ਨਹੀਂ ਹੋਣ ਲੱਗੇ। ਭਾਵ ਕਿ ਇਹ ਉਹਨੂੰ ਸੰਸਕਾਰ ਪਾਉਂਦੇ, ਉਹਦੀ ਜ਼ੁਬਾਨ ਦੇ ਉੱਪਰ ਇਹ ਬੋਲ ਘਰ ਕਰ ਜਾਣ, ਉਹਨੂੰ ਪਹਿਚਾਣ ਆਉਣ ਲੱਗ ਜਾਏ। आवाज़ दी अंदाज दी नाम दे जरिए बई ये आवाज़ मेरे पापा दी है, मम्मा दी है, चाचे दी है, कि दी, सब रिश्तेदारियां बोल के उन्होंने दस दे ना। नहीं तो बच्चे नूं दसो ना, उन्होंने कोई पता नहीं बई कौन है, क्योंकि पशुआं नूं पंछियां नूं किसी ने नहीं दसिया तेरी भैन है, ये तेरी माँ है, ये तेरे चाचे दी कुड़ी, ये तेरे ताए दी कुड़ी, ये तेरे ताए दा मुंडा, ये तेरी मासी दा मुंडा। उन्होंने किसी ने दसिया नहीं, उन्होंने कोले ज्ञान ही नहीं है, समझाया नहीं, उन्होंने समझ नहीं आई है। तो उन्होंने च भी अपने आलियां जवाकां नूं ना समझाइए, ना दसीए ये तेरा दादा है, तेरी दादी है, तेरे नाना नानी, ना दस्यो तो पशुआं की तरह हो जाणगे। उन्हां दे भावें कोल तुरे फिरन, उन्हां दी बलाद आने वो कौन ने, जिहो जिहा दूजिया ना व्यवहार उहो जिहा उन्हां ना होएगा। तो जदों उन्हां दी समझ आ जाती है, फिर दूरों जवाक देख ले और मेरा नाना मामा चाचा ताया दादा दादी आउंदे आ, भज वगदा सारियां नूं छड्ड के उधर नूं भज तुरदा, जा लत्तां नूं चिंबड़दा। आउंदे तां उत्थे होर भी 20-25 नाल तुरे ने, उन्हां दे क्यों नहीं चिंबड़िया? उन्हां दी पहचान कोई नहीं। सतगुरु उस अकाल दी पहचान कराउण वास्ते जीवन बोल के दसदे ने, जप होता एको नामा अवर नराफल कामा। और कहते जप मन सत नाम सदा सत नाम। वो जप ਉਹਦੀ ਸਾਡੇ ਕੰਨਾਂ ਅੰਦਰ ਸਰੋਤ ਬਣ ਜਾਏ, ਸਿਮਰਨ ਵਾਲਾ ਹਿਰਦੇ ਅੰਦਰ ਭਾਵ ਜਾਗ ਪਏ। ਫਿਰ ਜਦੋਂ ਅਸੀਂ ਬਾਹਰੋਂ ਸੁਣੀਏ ਨਾ ਸਤਨਾਮ ਵਾਹਿਗੁਰੂ, ਉਸੇ ਵੇਲੇ ਅੰਦਰੋਂ ਚਾਅ ਉੱਠੇ, ਮਾਲਕ ਵੱਲ ਨੂੰ ਉਤਸ਼ਾਹ ਉੱਠੇ। ਕਹਿ ਲੱਗੇ ਉਹ ਸਰਗੁਣ ਵੀ ਨਿਰਗੁਣ ਵੀ ਆ, ਇੱਕ ਬਖਾਨਨੋ ਕਿਹੜਾ ਨਾਨਕ ਏਕ ਅਨੇਕ। ਜਿਹੜਾ ਇੱਕ ਹੈ ਨਾ वो अनेकता विच मिलिया होया है, संसार विच मिलिया होया है। वो परिपूर्ण परमात्मा ने आकार है, निरंकार आकार है, निराकार दा ही गुरु आकार है। और परम ईश्वर दा निर्गुण दा सरगुण रूप सतगुरु है। कह लगे वो परिपूर्ण परमात्मा आपे भरम भुलाए, आप उन्हें भरम विच ला दिते ने भटकदे। और खेड बुंडाया आवन जान, खेल बनाया आग्याकारी कीनी माया। माया दे नाल आग्या विच ला के खेडा पा देता है। कर कर करता आपे वेखै, करता अकाल पंतर बनाउण वाला। इन्हां नूं बना के ना जीवां नूं आपां नूं वेखदा है। वो आप वेखदा भी करदे की ने, बनाए कादे लई ते करदे की ने। कहंदे जित भावे तित लाए। फिर जिधर नूं उहनूं पाउंदा है ना
ਆਪਾਂ ਦੇਖਦੇ ਬੱਚਾ ਜ਼ਿਆਦਾ ਆਹ ਕੰਮ ਕਰਨਾ ਚਾਹੁੰਦਾ, ਇਹ ਇੱਧਰ ਨੂੰ ਨਹੀਂ, ਆਹ ਕੰਮ 'ਚ ਨਹੀਂ ਧਿਆਨ ਦਿੰਦਾ, ਇੱਧਰ ਨੂੰ ਜ਼ਿਆਦਾ। ਮਾਂ ਬਾਪ ਕਹਿੰਦੇ ਚਲੋ ਇਹਨੂੰ ਇਹ ਕਰ ਲੈਣ ਦਿਓ, ਇੱਧਰ ਜਾਣ ਦਿਓ, ਇਹਨੂੰ ਇੱਧਰ ਜਾਣ ਦਿਓ। ਰੱਬ ਵੀ ਵੇਖਦਾ ਬਈ ਇਹ ਜ਼ਿਆਦਾ ਕਿਹੜੇ ਪਾਸੇ ਨੂੰ ਭੱਜਦਾ ਹੈ, ਮਾੜੇ ਕਿ ਚੰਗੇ। ਫਿਰ ਕਹਿੰਦੇ ਕੋਈ ਨਹੀਂ, ਇਹਨੂੰ ਭੱਜ ਲੈਣ ਦੇ, ਇੱਧਰ ਨੂੰ ਭੱਜ ਲੈਣ ਦੇ। ਫਿਰ ਮੱਛੀ ਜਿਹੜੀ ਉਹ ਜਿਵੇਂ ਆਪਾਂ ਕਹਿੰਦੇ ਹੁੰਦੇ ਮੱਛੀ ਸਾਰੇ ਪੱਥਰ ਚੱਟ ਕੇ ਮੁੜਦੀ ਹੈ। ਫਿਰ ਦੁਖੀ ਹੋ ਕੇ ਟੱਕਰਾਂ ਟੁਕਰਾਂ ਮਾਰ ਕੇ ਫਿਰ ਕਹਿੰਦਾ ਬਈ ਹੁਣ ਉਹ ਜਗ੍ਹਾ ਦੱਸੋ ਜਿੱਥੋਂ ਕਿਤੇ ਸਕੂਨ ਆਤਮਕ ਮਿਲੇ। ਫਿਰ ਪੁੱਛਦਿਆਂ ਕੁਝ ਤਾਂ ਗੁਰੂ ਕੋਲ ਆ ਜਾਂਦੇ, ਕੁਝ ਐ ਪੱਥਰ ਚੜ੍ਹਦੇ ਚੜ੍ਹਦੇ ਇੱਧਰ ਉੱਧਰ ਭਟਕਦੇ ਸਵਾਸਾਂ ਨੂੰ ਛੱਡ ਜਾਂਦੇ, ਦਮ ਤੋੜ ਜਾਂਦੇ ਨੇ। ਮਹਾਰਾਜ ਸਾਹਿਬ ਕਹਿੰਦੇ ਉਹ ਪਰਮਾਤਮਾ ਐਸਾ ਹੈ, ਉਹਨੂੰ ਅਰਾਧ, ਉਹਨੂੰ ਚਿਤਵ, ਉਹ ਨਿਰਾਧਾਰ ਨਿਰੰਕਾਰ, ਨਾ ਲੱਖ ਲਖਾਇਆ, ਉਹ ਨਿਰਾਸਰਾ ਹੈ। ਤੇ ਆਪ ਉਹ ਨਿਰਾਸਰਾ ਹੈ ਪਰ ਸਾਰਿਆਂ ਦਾ ਆਸਰਾ ਰੂਪ ਹੈ। ਉਹ ਨਿਰੰਕਾਰ ਨਿਰਾਕਾਰ ਜਿਹੜਾ ਹੈ ਨਾ ਪਰਮਾਤਮਾ ਨਿਰਗੁਣ, ਉਹਦਾ ਆਸਰਾ ਕੋਈ ਨਹੀਂ, ਉਹ ਸਾਰਿਆਂ ਦਾ ਹੀ ਆਸਰਾ ਹੈ, ਉਹ ਸਾਰਿਆਂ ਦਾ ਹੀ ਆਸਰਾ ਹੈ। ਨਾ ਅਲਖ ਲਖਾਇਆ, ਅਲਖ ਲਖਣੇ ਤੋਂ ਪਰੇ, ਨਾ ਆਪਾ ਜਨਾਇਆ, ਕਿਸੇ ਨੂੰ ਇਹ ਨਹੀਂ ਦੱਸਿਆ ਵੀ ਮੈਂ ਵੀ ਕੋਈ ਚੀਜ਼ ਹਾਂ। ਅਸੀਂ ਤਾਂ ਮਾੜੀ ਜਿਹੀ ਗੱਲ ਤੇ ਕੋਨੇ ਆ, ਕੋਨੇ ਮੈਂ ਤੈਨੂੰ ਬੰਦਾ ਬਣਾ ਦੂੰ, ਤੈਨੂੰ ਦੱਸੂਗਾ ਕਿ ਮੈਂ ਵੀ ਹਾਂ। ਤੇ ਮਹਾਰਾਜ ਨਹੀਂ ਇਹ ਕਹਿੰਦੇ, ਮਹਾਰਾਜ ਤਾਂ ਕਹਿੰਦੇ ਕੋਈ ਨਹੀਂ ਕਰੀ ਚੱਲ। ਅਸੀਂ ਪਤਾ ਨਹੀਂ ਉਹਨੂੰ ਕੀ ਕੀ ਗੱਲਾਂ ਬੋਲ ਜਾਂਦੇ ਹਾਂ। ਤੈਸ਼ ਵਿੱਚ ਆਏ ਹੋਵਨ ਏਕ ਓੰਕਾਰ ਆਪ ਉਪਾਇਆ, ਕਹਿੰਦੇ ਉਸ ਨਿਰਗੁਣਾ ਤੂੰ ਸਰਗੁਣ ਨੇ ਇੱਕ ਓੰਕਾਰ ਦੀ ਧੁਨ ਅਲਾਪ ਦਿੱਤੀ। ਉਹਨੇ ਆ ਕੇ ਇੱਕ ਓੰਕਾਰ ਪ੍ਰਗਟ ਕਰ ਦਿੱਤਾ ਤੇ ਉਹਦੇ ਰੂਪ ਉਹਨਾਂ ਬੋਲਾਂ ਵਿੱਚ ਆਪ ਆਪਣੇ ਆਪ ਨੂੰ ਉਪਾਇਆ, ਪ੍ਰਗਟ ਕਰ ਦਿਖਲਾਇਆ, ਪ੍ਰਗਟ ਕੀਤਾ। ਜਿਹੜਾ ਇਹਨੂੰ ਜਪੇਗਾ ਅਰਾਧੇਗਾ ਉਹਦੇ ਹਿਰਦੇ ਵਿੱਚ ਭਾਵਨਾਵਾਂ ਦੇ ਸੰਯੁਕਤ ਹੋ ਕੇ ਪ੍ਰਗਟ ਹੋ ਜਾਵੇਗਾ। ਆਪਾ ਪੈਦਾ ਕੀਤਾ ਹੈ ਨਿਰਾਕਾਰ ਨੇ, ਇਹਦੇ ਦੁਆਰਾ ਓੰਕਾਰ ਆਕਾਰ ਚਲਤ ਰਚਾਇਆ। ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਿਨ ਚੇਤ, ਇਹਦੇ ਦੁਆਰਾ ਸਾਰੇ ਆਕਾਰ ਉਤਪਤੀ ਕਰ ਦਿੱਤੀ। ਇੱਕ ਨੇ ਓੰਕਾਰ ਦੁਆਰਾ ਸਾਰੀ ਪ੍ਰਕਿਰਤੀ ਦੀ ਉਤਪਤੀ ਕਰ ਦੇਣਾ ਕੀਤੀ। ਅਕਾਲ ਪੁਰਖ ਵਾਹਿਗੁਰੂ ਨੇ ਇਹ ਚਲਤ ਰਚਾਇਆ, ਇਹ ਰਚਨਾ ਨੂੰ ਇਹ ਕੌਤਕ ਕਰਕੇ ਰਚਾਇਆ, ਸੰਸਾਰ ਦੀ ਬੰਤਰ ਬਣਾਉਣਾ ਕੀਤੀ। ਸਚ ਨਉ ਕਰਤਾਰ ਬਿਰਧ ਸਦਾਇਆ, ਸੱਚਾ ਨਾਮ ਉਸ ਕਰਤਾਰ ਅਕਾਲ ਪੁਰਖ ਵਾਹਿਗੁਰੂ ਦਾ ਹੈ, ਜਿਹਦੇ ਹੱਥ ਵਿੱਚ ਜੀਵਾਂ ਦੇ ਰੋਜੀ ਰੋਟੀ ਦੀ ਤਾਰ ਪਕੜੀ ਹੋਈ ਹੈ। ਔਰ ਜਿਹਨੂੰ ਮਹਾਰਾਜ ਕਹਿੰਦੇ ਪ੍ਰਭ ਡੋਰੀ ਹਾਥ ਤੁਮਾਰੇ, ਤੇਰੇ ਹੱਥ ਵਿੱਚ ਡੋਰੀ, ਜਿਹਨੂੰ ਮਹਾਰਾਜ ਕਹਿੰਦੇ ਨੱਕ ਨੱਥ ਖਸਮ ਹੱਥ ਕਿਰਤ ਥਕੇ ਦੇਹ, ਮਹਾਰਾਜ ਤੇਰੇ ਹੱਥ ਵਿੱਚ ਸਾਡੀ ਨੱਥ ਆ ਪਕੜੀ ਹੋਈ। महाराज ने बाबा कबीर साहब महाराज ਤਾਂ ਵੀ ਕਹਿੰਦੇ ਹਮ ਕੋ ਮਹਾਰਾਜ ਔਰ ਅਸੀਂ ਤੇਰੇ ਦਰ ਦੇ ਕੂਕਰ ਤੇ ਕਬੀਰ ਕੂਕਰ ਰਾਮ ਕੋ ਮੁਤਿਆ मेरो नाओ गले हमारे जेवरी जय खिंचे तह जाओ। और जेवरी जंजीर पाई है तो तेरे हाथ च पकड़ी, जिधर नूं तू खिंचदा असीं तेरे दर दे कुत्ते उधर नूं असीं मुड़ जाने उसे पासे। महाराज मेहर करते ने सच्चे पातशाह ने करतार ने और अपना बिरद रखिया सच्चा नाम दे के ना और बिरद सदाया अपना फर्ज निभाया कि परमात्मा दा नाम जप बंधना तो मुक्त हो जावेगा। नाम जपेगा ते दुख कदे नहीं पावेगा, नाम जपेगा ते आवागमन तो मुक्त हो जावेगा। सच्चा परवतगार त्रै गुण माया और सच्चा अकाल पुरख वाहिगुरू सारियां दा परवतगार जेड़ा परिपूर्ण परमात्मा और ओदा नाम है और ओनू आराध ओनू जप ते त्रै गुणी माया रजो सतो तमो तिन्ना गुणा वाली माया।
ਔਰ ਪਰਿਪੂਰਨ ਪਰਮਾਤਮਾ ਨੇ ਇਹਨੂੰ ਪੈਦਾ ਕੀਤਾ। ਸਿਰਠੀ ਸਿਰਜਣਹਾਰ ਲੇਖ ਲਿਖਾਇਆ। ਇਹ ਸਿਰਠੀ ਸ੍ਰਿਸ਼ਟੀ ਜਿਹੜੀ ਆ ਇਹਦੀ ਸਿਰਜਣਾ ਕੋਈ ਹੋਰ ਨਹੀਂ ਕਰਨ ਵਾਲਾ, ਉਹ ਪਰਿਪੂਰਨ ਪਰਮਾਤਮਾ ਹੈ। ਉਹਨੇ ਆਪ ਇਹਨੂੰ ਪੈਦਾ ਕੀਤਾ ਹੈ, ਸ੍ਰਿਸ਼ਟੀ ਨੂੰ ਸਾਜਿਆ ਹੈ। ਮਹਾਰਾਜ ਕਹਿੰਦੇ ਲੇਖ ਲਿਖਾਇਆ, ਸ੍ਰਿਸ਼ਟੀ ਸਾਜ ਕੇ ਇਹਨਾਂ ਦੇ ਸਿਰ ਉੱਪਰ ਲੇਖ ਲਿਖਿਆ। ਇਹਨਾਂ ਕੀ ਕਰਨਾ, ਕਿੱਧਰ ਨੂੰ ਜਾਣਾ, ਕਿਹੜੀ ਜੂਨੀ ਵਿੱਚ ਜਾਣਾ ਆ, ਔਰ ਉਹ ਲਿਖਿਆ ਗਿਆ ਕਿਹਦੇ ਘਰਾਣੇ ਅੰਦਰ, ਕਿਹੜੇ ਘਰ ਅੰਦਰ ਜਾ ਕੇ ਔਰ ਇਹਨੇ ਜਨਮ ਲੈਣਾ, ਉਹ ਲਿਖਿਆ ਗਿਆ। ਔਰ ਉਹ ਲਿਖ ਦੇ ਅਨੁਸਾਰ ਜੀਵਾਂ ਦਾ ਜਨਮ ਹੋਇਆ। ਸਭ ਸੈ ਦੇ ਆਧਾਰ ਨਾ ਤੋਲ ਤੁਲਾਇਆ, ਉਹ ਪਰਿਪੂਰਨ ਪਰਮਾਤਮਾ ਨੇ। ਔਰ ਸਭ ਸੇ ਦੇ ਆਧਾਰ ਸਾਰਿਆਂ ਨੂੰ ਆਸਰਾ ਦਿੱਤਾ, ਨਾ ਤੋਲ ਤਲਾਇਆ। ਔਰ ਸਭ ਸੇ ਦੇ ਆਧਾਰ, ਔਰ ਜੋ ਕੁਝ ਸੰਸਾਰ ਨੂੰ ਦਿੱਤਾ ਹੈ ਨਾ, ਤੇ ਉਹ ਪਰਮਾਤਮਾ ਨੇ ਉਹਦੇ ਬਦਲੇ ਕਿਸੇ ਤੋਂ ਕੁਝ ਲਿਆ ਨਹੀਂ, ਕਿਸੇ ਤੋਂ ਕੁਝ ਲਿਆ ਨਹੀਂ। ਉਹਨਾਂ ਨੂੰ ਆਸਰਾ ਦਿੱਤਾ ਹੈ, ਪਰਿਵਾਰ ਦਿੱਤੇ ਨੇ, ਕਾਰੋਬਾਰ ਦਿੱਤਾ ਹੈ। ਕਿਸੇ ਤੋਂ ਉਹਦੇ ਵੱਟੇ ਤੋਲ ਕੇ ਕੁਝ ਲਿਆ ਨਹੀਂ ਵੀ ਮੈਨੂੰ ਆਹ ਚਾਹੀਦਾ। ਜਿਵੇਂ ਦੁਕਾਨਦਾਰ ਸੌਦਾ ਦਿੰਦਾ ਹੈ ਤੇ ਉਹ ਕੁਝ ਸਾਡੇ ਤੋਂ ਪ੍ਰਾਪਤ ਕਰਦਾ ਮਾਇਆ ਦੇ ਰੂਪ 'ਚ, ਧਨ ਦੇ ਰੂਪ 'ਚ, ਪਰ ਪਰਮਾਤਮਾ ਨੇ ਕੁਝ ਨਹੀਂ ਪ੍ਰਾਪਤ ਕੀਤਾ। ਔਰ ਅਸੀਂ ਉਹਦਾ ਤਾਂ ਥੈਂਕ ਯੂ ਬੋਲ ਦਿੰਦੇ ਹਾਂ, ਧੰਨਵਾਦ ਕਰ ਦਿੰਦੇ। ਜੇ ਸਾਨੂੰ ਧਾਰ ਦੇ ਦੇ ਨਾ, ਨਾਲੇ ਕੋਈ ਸਮੇਂ ਬਾਅਦ ਅਸੀਂ ਉਹਦੇ ਪੈਸੇ ਦੇਣੇ ਹੁੰਦੇ, ਨਾਲੇ ਪੈਸੇ ਦੇ ਕੇ ਆਉਣੇ, ਨਾਲੇ ਧੰਨਵਾਦ ਕਰਕੇ ਆਉਣੇ। ਤੇ ਰੱਬ ਨੇ ਸਾਨੂੰ ਪਹਿਲਾਂ ਸਰੀਰ ਦਿੱਤਾ, ਅੱਖਾਂ, ਕੰਨ, ਮੂੰਹ, ਨੱਕ, ਚੰਗੀ ਸਵਸਥਤਾ ਦਿੱਤੀ, ਮਾਂ ਬਾਪ ਦਿੱਤੇ, ਪੁੱਤਰ ਧੀਆਂ ਦਿੱਤੇ, ਕਾਰੋਬਾਰ ਦਿੱਤੇ, ਤੇ ਅਸੀਂ ਕਦੇ ਰੱਬ ਦਾ ਥੈਂਕ ਯੂ ਕੀਤਾ ਹੀ ਨਹੀਂ, ਰੱਬ ਦਾ ਧੰਨਵਾਦ ਕੀਤਾ ਹੀ ਨਹੀਂ। ਨਾ ਇਹਨੇ ਸਾਡਾ ਮਾਂ ਬਾਪ ਸਾਨੂੰ ਦੇ ਕੇ ਕੁਝ ਮੰਗਿਆ, ਨਾ ਸਾਨੂੰ ਪੁੱਤਰ ਧੀਆਂ ਰੂਪ 'ਚ ਕੁਝ ਮੰਗਿਆ, ਨਾ ਕਾਰੋਬਾਰ 'ਚ ਕੁਝ ਮੰਗਿਆ। ਅਸੀਂ ਇੰਨੇ ਨਾ ਸ਼ੁਕਰੇ ਹਾਂ ਕਿ ਰੱਬ ਦਾ ਧੰਨਵਾਦ ਨਹੀਂ ਕਰਦੇ, ਰੱਬ ਦਾ ਧੰਨਵਾਦ ਨਹੀਂ ਕਰਦੇ। ਇਹ ਸਾਨੂੰ ਇਲਮ ਹੈ, ਕੋਈ ਬੰਦਾ ਥੋੜ੍ਹੀ ਜਿਹੀ ਹੈਲਪ ਕਰਦੇ ਉਹਦਾ ਅਸੀਂ ਧੰਨਵਾਦ ਕਰਨਾ ਜਾਣਦੇ, ਉਹਦਾ ਥੈਂਕ ਯੂ ਬੋਲਣਾ ਨਹੀਂ ਭੁੱਲਦੇ ਅਸੀਂ। ਔਰ ਉਹਦਾ ਧੰਨਵਾਦ ਕਰਨਾ ਜਾਣਦੇ। ਕੋਈ ਪਾਣੀ ਦਾ ਪਿਆਸੇ ਨੂੰ ਗਲਾਸ ਪਿਆ ਦੇਵੇ, ਕੋਈ 2 ਮਿੰਟ ਆਪਣੇ ਵਹੀਕਲ 'ਤੇ ਬਿਠਾ ਕੇ ਸਫ਼ਰ ਕਰਾ ਦੇਵੇ, ਉਹਦਾ ਧੰਨਵਾਦ ਕਰਨਾ ਜਾਣਦੇ। ਗਿਆਨੀ ਹਰੀ ਸਿੰਘ ਹੋਏ ਨੇ, ਬੜੇ ਪੁਰਾਣੇ ਵਿਦਵਾਨ ਸਨ ਜਦੋਂ ਖਾਲਸਾ ਕਾਲਜ ਬਣਿਆ ਉਦੋਂ ਦੇ। ਔਰ ਉਹ ਕਿਤੇ ਔਰ ਸਰੋਵਰ ਦੇ ਕਿਨਾਰੇ ਖੜੇ ਸੈਲਾਨੀ ਆਏ ਹੋਏ, ਤੇ ਉੱਥੇ ਮਾਰਵਾੜੀ ਫਿਰੇ, ਇੱਕ ਮਾਰਵਾੜੀਆ, ਤੇ ਉਹ ਆਪ ਕਿਤੇ ਫਿਰੇ ਤੇ ਉਹਦਾ ਜਵਾਕ ਕਿਤੇ ਫਿਰੇ। ਤੇ ਉਹਦਾ ਜਵਾਕ ਨਾ ਜਿਹੜਾ ਸੀ, ਔਰ ਉਸ ਸਰੋਵਰ ਦੇ ਦਾਲੇ ਦਾਲੇ ਫਿਰੇ, ਤੇ ਉਹ ਜਿਹੜਾ ਦਾਲੇ ਦਾਲੇ ਫਿਰੇ ਤੇ ਸੈਲਾਨੀ ਆਇਆ ਹੋਇਆ ਸੀ ਬਗੀਚੇ ਦੇ ਵਿੱਚ, ਤੇ ਉਹ ਫੋਟੋਆਂ ਕਰਦਾ ਸੀ, ਕੋਈ ਅੰਗਰੇਜ਼। ਉਹ ਫੋਟੋਆਂ ਕਰੇ ਤੇ ਉਹ ਜਿਹੜਾ ਮਾਰਵਾੜੀ ਦਾ ਜਵਾਕ ਸੀ ਨਾ, ਉਹ ਸਰੋਵਰ 'ਚ ਡਿੱਗ ਪਿਆ। ਤੇ ਉਹ ਜਿਹੜਾ ਅੰਗਰੇਜ਼ ਦੇਖਦਾ ਸੀ, ਉਹਨੇ ਦੇਖਿਆ ਬੱਚਾ ਡਿੱਗ ਪਿਆ। ਉਹਨੇ ਕੈਮਰਾ ਵੀ ਨਾ ਲਾਇਆ, ਜਿਉਂ ਲੀੜੇ ਵੀ ਨਾ ਲਾਉਣ ਦੀ ਲੋੜ ਪਈ, ਇੰਨੇ ਤਾਂ ਜਵਾਕ ਡੁੱਬ ਜਾਂਦਾ। ਉਹਨੇ ਛਾਲ ਮਾਰੀ ਜਾ ਕੇ ਵਿੱਚ, ਤੇ ਜਵਾਕ ਕੱਢ ਲਿਆਂਦਾ। ਜਵਾਕ ਦੀ ਮਾਂ ਭੱਜੀ ਆਈ ਦੂਰੋਂ, ਬਾਪ ਭੱਜਿਆ, ਘੁੱਟ ਕੇ ਜਵਾਕ ਨੂੰ ਕਲੇਜੇ ਲਾਇਆ, ਮੇਰਾ ਸੋਨਾ ਪੁੱਤ, ਮੇਰਾ ਹੀਰਾ ਪੁੱਤ, ਮੇਰਾ ਚਾਂਦੀ ਪੁੱਤ, ਮੇਰੀਆਂ ਅੱਖੀਆਂ ਦਾ ਤਾਰਾ, ਓਏ ਮੇਰੇ ਘਰ ਦੀ ਰੌਣਕ, ਓਏ ਮੇਰਾ ਸਭ ਕੁਝ ਲੁੱਟਿਆ ਪੁੱਟਿਆ ਜਾਣਾ ਸੀ, ਓਏ ਜੇ ਤੈਨੂੰ ਕੁਝ ਹੋ ਜਾਂਦਾ ਪੁੱਤਰਾ। ਤੇ ਉਹ ਵਿਚਾਰਾ ਔਰ ਜਿਹੜਾ ਕੋਲ ਸੀ, ਉਹ ਚੂਹੇ ਵਾਂਗੂ ਭਿੱਜਿਆ, ਕੰਬੇ, ਠੰਡ ਦੇ ਦਿਨ ਉਹ ਕੰਬੇ। ਉਹਨੂੰ ਪੁੱਛਿਆ ਹੀ ਨਾ, ਫੜੀ ਜਵਾਕ ਦੀ ਮਾਂ ਬਾਪ ਨੇ ਬਾਹਾਂ ਤੇ ਲੈ ਕੇ ਤੁਰ ਕੇ ਅੰਗਰੇਜ਼ ਦੇ ਮੱਥੇ ਤੇ ਤਿਊੜੀਆਂ ਪੈ ਗਈਆਂ। ਤੇ ਕਿਤੇ ਗਿਆਨੀ ਹਰੀ ਸਿੰਘ ਉੱਥੇ ਖੜੇ ਸਾਹਮਣੇ, ਉਹ ਨੇੜੇ ਆਏ, ਕਹਿੰਦੇ ਭਲਿਆ ਤੂੰ ਪਰਉਪਕਾਰ ਕੀਤਾ, ਚੰਗਾ ਕੰਮ ਕੀਤਾ, ਭਲਾ ਕਰਕੇ ਮੱਥੇ ਤੇ ਤਿਊੜੀਆਂ, ਅੱਖਾਂ 'ਚ ਲਾਲੀ ਕਿਉਂ? ਕਹਿੰਦਾ ਹੱਦ ਹੋ ਗਈ। ਜਵਾਕ ਨੂੰ ਪਕੜਿਆ, ਜਵਾਕ ਦੀ ਖੈਰ ਸੁੱਖ ਪੁੱਛੀ, ਉਹ ਮੇਰਾ ਇੰਨਾ ਕੁਝ ਕਵਰ ਕੀਤਾ, ਉਹ ਕੈਮਰਾ ਵੀ ਭਿੱਜ ਗਿਆ, ਸਭ ਕੁਝ ਭਿੱਜ ਗਿਆ, ਆਪ ਭਿੱਜ ਗਿਆ। ਉਹ ਮੇਰਾ ਧੰਨਵਾਦ ਕਰਨ ਦੀ ਬਜਾਏ ਤੇ ਮੇਰੇ ਵੱਲੇ ਵੇਖਿਆ ਵੀ ਨਹੀਂ, ਉਹ ਭੱਜ ਗਏ।
ਤੇ ਗਿਆਨੀ ਹਰੀ ਸਿੰਘ ਕਹਿੰਦੇ ਓਏ ਤੂੰ ਤਾਂ ਕੱਢਿਆ ਇੱਕ ਜਵਾਕ ਪਾਣੀ ਚੋਂ ਬਾਹਰ, ਤੈਨੂੰ ਆ ਗਿਆ ਗੁੱਸਾ ਬਈ ਤੇਰਾ ਧੰਨਵਾਦ ਨਹੀਂ ਕੀਤਾ ਇਹਨਾਂ ਨੇ। ਇਹ ਉਹ ਲੋਕ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਘਰ ਬਾਰ, ਮਾਂ ਬਾਪ, ਪਰਿਵਾਰ, ਆਪ ਸਭ ਕੁਝ ਇਹਨਾਂ ਤੋਂ ਵਾਰਤਾ। ਇਹਨਾਂ ਤਾਂ ਕਦੇ ਧੰਨਵਾਦ ਉਹਦਾ ਨਹੀਂ ਕੀਤਾ ਤੇ ਤੇਰਾ ਕੀ ਇਹ ਖਾਕ ਕਰਨਗੇ। ਇਹ ਇੰਨੇ ਨਾ ਸ਼ੁਕਰੇ, ਅਸੀਂ ਇੰਨੇ ਨਾ ਸ਼ੁਕਰੇ ਹੋ ਗਏ ਕਿ ਰੱਬ ਦਾ ਧੰਨਵਾਦ ਨਹੀਂ ਕਰਦੇ। ਰੱਬ ਦਾ ਜਿਹਨੇ ਸਭ ਕੁਝ ਦਿੱਤਾ ਹੈ। ਖੈਰ ਮੈਂ ਜ਼ਿਆਦਾ ਵਿਸਥਾਰ 'ਚ ਨਾ ਜਾਵਾਂ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨੇ ਆਧਾਰ ਦਿੱਤਾ ਹੈ ਔਰ ਉਹਨੇ ਸਾਡੇ ਤੋਂ ਕੋਈ ਇਜ਼ਮ ਨਹੀਂ ਲਿਆ। ਸਾਨੂੰ ਡੋਲਦਿਆਂ ਨੂੰ ਆਧਾਰ ਮੈਨੇ ਆਸਰਾ ਦਿੱਤਾ ਹੈ। ਕਿੰਨਾ ਕੁ ਕੋਈ ਤੋਲਿਆ ਮਾਪਿਆ ਨਹੀਂ ਉਹ ਜਾ ਸਕਦਾ। ਆਸਰਾ ਦੇ ਕੇ ਸਾਨੂੰ ਆਸ਼ਰਿਤ ਕੀਤਾ। ਮਾਂ ਬਾਪ ਦੇ ਜਿਉਣ ਦਾ ਆਸਰਾ ਧੀਆਂ ਪੁੱਤਰ ਤੇ ਔਰ ਜਿਹੜੇ ਧੀਆਂ ਪੁੱਤਰ ਨਿੱਕਿਆਂ ਦਾ ਪਾਲਣ ਪੋਸ਼ਣ ਕਰਨ ਲਈ ਮਾਂ ਬਾਪ ਆਸਰਾ, ਤੇ ਉਹਨਾਂ ਤੇ ਵਡਾਪਾ ਆਇਆ, ਉਹ ਕਮਜ਼ੋਰ ਹੋ ਗਏ, ਉਹ ਆਪਣੇ ਬੱਚਿਆਂ ਦੇ ਆਸਰੇ ਫਿਰ ਦਿਨ ਕੱਟੀ ਜਾਂਦੇ ਨੇ, ਉਹ ਉਹਨਾਂ ਦਾ ਆਸਰਾ। ਸਭ ਨੂੰ ਆਸਰਾ ਦਿੱਤਾ ਪਰ ਪਰਮਾਤਮਾ ਦਾ ਸ਼ੁਕਰ ਕਿਸੇ ਨੇ ਨਾ ਕੀਤਾ, ਕੁਝ ਵਿਰਲੇ ਛੱਡ ਕੇ। ਔਰ ਕਹਿੰਦੇ ਲਿਖਿਆ ਥਿਤ ਨਾ ਵਾਰ ਨਾ ਮਾਜ ਨਾਇਆ। ਕਦੋਂ ਸ੍ਰਿਸ਼ਟੀ ਬਣਾਈ, ਜੀਵ ਕਦੋਂ ਬਣਾਏ, ਔਰ ਕੁਝ ਵੀ ਨਾ ਕੋਈ ਥਿਤ। ਕਿਹੜੀ ਥਿਤ ਨੂੰ 15 ਥਿੱਤਾਂ ਦੇ ਵਿੱਚੋਂ ਕਿਹੜੀ ਥਿਤ ਸੀ ਅੱਜ ਤੱਕ ਕੋਈ ਮਾਈਕਾ ਲਾਲ ਨਹੀਂ ਦੱਸ ਸਕਿਆ। ਕਦੋਂ ਪ੍ਰਕਿਰਤੀ ਬਣੀ, ਕਿਹੜੀ ਥਿਤ ਸੀ, ਤੇ ਉਦੋਂ ਕਿਹੜਾ ਵਾਰ ਸੀ, ਮੰਗਲਵਾਰ ਸੀ, ਸ਼ਨੀਵਾਰ ਸੀ, ਵੀਰਵਾਰ ਸੀ, ਕਿਹੜਾ ਦੀਵਾਰ ਸੀ, ਕੋਈ ਨਹੀਂ ਦੱਸ ਸਕਿਆ ਕਿਉਂਕਿ ਚੀਜ਼ਾਂ ਹੀ ਬਾਅਦ 'ਚ ਬਣੀਆਂ ਨੇ। ਔਰ ਕਹਿੰਦੇ ਨਾ ਮਾਹ ਮੈਨੇ ਮਹੀਨਾ, ਕਿਹੜੇ ਮਹੀਨੇ ਸੀ, ਚੌਥਾ, ਪੰਜਵਾਂ, ਪਹਿਲਾ, ਦੂਜਾ, 10ਵਾਂ, 12ਵਾਂ, 11ਵਾਂ, ਕਿਹੜਾ ਮਹੀਨਾ ਸੀ, ਕਿਸੇ ਨੂੰ ਨਹੀਂ ਪਤਾ। ਮਹਾਰਾਜ ਨੇ ਬਾਣੀ ਅੰਦਰ ਵੀ ਕਿਹਾ ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੁ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਕਹਿਣ ਲੱਗੇ ਜਿਹੜੇ ਕਰਤੇ ਨੇ ਸ੍ਰਿਸ਼ਟੀ ਨੂੰ ਬਣਾਇਆ ਹੈ ਨਾ, ਉਹ ਮਾਲਕ ਆਪ ਹੀ ਜਾਣਦਾ ਆ। ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਉਹ ਆਪ ਜਾਣਦਾ ਹੈ, ਉਹਦੇ ਤੋਂ ਬਗੈਰ ਕੋਈ ਦੂਜਾ ਨਹੀਂ ਜੇ ਜਾਣਦਾ, ਕੋਈ ਦੂਜਾ ਨਹੀਂ ਜੇ ਜਾਣਦਾ ਬਈ ਕਿਵੇਂ ਦੀ ਬੰਤਰ ਬਣੀਏ। ਕੇਵਲ ਔਰ ਸੁਣ ਕੇ ਪੜ੍ਹ ਕੇ ਜਿੰਨੀ ਸੂਝੇ ਉਹਨਾਂ ਬਿਆਨ ਕੀਤਾ। ਮਹਾਰਾਜ ਕਹਿੰਦੇ ਕੋਈ ਨਹੀਂ ਜਾਣਦਾ ਇਹਨੂੰ, ਨਾ ਥਿਤ ਨਾ ਵਾਰ ਨਾ ਮਹੂਰਤ, ਕੋਈ ਨਹੀਂ ਇਹਨੂੰ ਜਾਣਦਾ। ਵੇਦ ਕਤੇਬ ਵਿਚਾਰ ਨਾ ਆਖ ਸੁਨਾਇਆ। ਪੁਰਾਤਨ ਗ੍ਰੰਥ, ਵੇਦ 4 ਕਤੇਬਾਂ ਔਰ ਉਹਨਾਂ ਦਾ ਵਿਸਥਾਰ ਉਹਨਾਂ ਨੂੰ ਰਚੇਤਿਆਂ ਨੇ, ਉਹਨਾਂ ਦਿਆਂ ਨੇ, ਤੇ ਉਹਨਾਂ ਨੂੰ ਵਿਚਾਰਨਹਾਰਿਆਂ ਨੇ, ਜਿਨ੍ਹਾਂ ਅੱਗੇ ਵਿਚਾਰਿਆ ਪੜ੍ਹ ਕੇ। ਉਹਨਾਂ ਚੋਂ ਕੋਈ ਨੇ ਨਾ ਆਖ ਬੋਲ ਕੇ ਸੰਸਾਰ ਨੂੰ ਦੱਸਿਆ ਵੀ ਇਸ ਦਿਨ ਸੰਸਾਰ ਬਣਿਆ ਜੀ, ਇਸ ਦਿਨ ਆ ਹੋਇਆ ਜੇ। ਇੱਥੋਂ ਤੱਕ ਸਾਰੇ ਚਲੇ ਗਏ ਨੇ ਤੇ ਗੱਲ ਕਹੀ ਭਈ ਪਰਮਾਤਮਾ ਨੇ ਬਣਾਇਆ, ਪਰਮਾਤਮਾ ਨੇ ਬਣਾਇਆ, ਪਰਮਾਤਮਾ ਦੇ ਇੱਕ ਬੋਲ ਤੋਂ ਬਣ ਗਿਆ। ਔਰ ਉਹਨੇ ਬੋਲ ਕਦੋਂ ਬੋਲਿਆ ਸੀ, ਸਮਾਂ ਕੀ ਸੀ, ਵਾਰ ਕੀ ਸੀ, ਮਹੀਨਾ ਕੀ ਸੀ, ਤਾਰੀਖ ਕੀ ਸੀ, ਉਹ ਦਿਨ ਸੀ ਕਿ ਰਾਤ ਸੀ, ਕਿਸੇ ਨੂੰ ਮਾਲੂਮ ਨਹੀਂ। ਉਹ ਆਪ ਜਾਣਦਾ ਹੈ, ਪਰਿਪੂਰਨ ਪਰਮਾਤਮਾ ਜਾਣਦਾ ਹੈ, ਦੂਜਾ ਕੋਈ ਨਹੀਂ ਜਾਣਦਾ। ਉਹ ਕਿਹੋ ਜਿਹਾ ਸਮਾਂ ਸੀ, ਉਹ ਪਰਿਪੂਰਨ ਪਰਮਾਤਮਾ ਖੁਦ ਬਾ ਖੁਦ ਜਾਣਦਾ ਹੈ। ਭਾਈ ਗੁਰਦਾਸ ਕਹਿੰਦੇ ਨਿਰਾਲੰਬ ਨਿਰਵਾਣ ਬਾਣ ਚਲਾਇਆ। ਉਹ ਜਿਹੜਾ ਪਰਿਪੂਰਨ ਪਰਮਾਤਮਾ ਨਿਰਗੁਣ ਪ੍ਰਭੂ ਆ ਨਾ, ਔਰ ਉਹ ਨਿਰ ਆਸਰਾ ਹੈ, ਔਰ ਉਹਦਾ ਆਸਰਾ ਕੋਈ ਨਹੀਂ। ਨਿਰਵਾਣ, ਔਰ ਨਿਰਵਾਣ ਦਾ ਅਰਥ ਹੁੰਦਾ ਹੈ ਬਾਣ ਮੈਨੇ ਹੁੰਦਾ ਹੈ ਬੰਧਨ, ਔਰ ਬੰਧਨ ਨਿਰ ਮੈਨੇ ਹੁੰਦਾ ਹੈ ਰਹਿਤ। ਭਾਈ ਗੁਰਦਾਸ ਸਾਹਿਬ ਕਹਿੰਦੇ ਔਰ ਜਿਹੜਾ ਨਿਰ ਆਸਰਾ ਹੈ ਨਾ ਪ੍ਰਭੂ, ਉਹ ਨਿਰਵਾਣ ਵੀ ਹੈ। ਸੰਸਾਰ ਆਸ਼ਰਿਤ ਹੈ, ਆਸਰੇ ਸਹਿਤ ਹੈ ਤੇ ਬੰਧਨਾਂ ਵਿੱਚ ਵੀ ਹੈ। ਇਹਨੂੰ ਬੰਧਨ ਵੀ ਆਵਾਗਮਨ ਦੇ, ਦੁੱਖਾਂ ਗਲੇਸ਼ਾਂ ਦੇ,
ਔਰ ਦਰਦਾਂ ਰੋਗਾਂ ਦੇ ਇਹ ਬੰਧਨ ਨੇ ਇਹਨੂੰ, ਔਰ ਇਹਨਾਂ ਬੰਧਨਾਂ ਦੇ ਵਿੱਚ ਪਰ ਪਰਮਾਤਮਾ ਇਹਨਾਂ ਤੋਂ ਰਹਿਤ, ਉਹ ਕਿਸੇ ਦੇ ਆਸਰੇ ਨਹੀਂ ਜਿਉਂਦਾ। ਬਾਣ ਚਲਾਇਆ ਉਹ ਪਰਮਾਤਮਾ ਨੇ, ਬਾਣ ਤੀਰ ਐਸਾ ਚਲਾਇਆ ਸੰਸਾਰ ਦੇ ਵਿੱਚ ਕਿ ਉਹ ਚੱਲਦਾ ਫਿਰਿਆ। ਕਿਹੜਾ ਹੈ? ਬੋਲ, ਬਚਨ, ਉਹਦੀ ਸਤਾ, ਉਹਦੀ ਸ਼ਕਤੀ, ਉਹਦੀ ਤਾਕਤ। ਮਹਾਰਾਜ ਕਬੀਰ ਸਾਹਿਬ ਦੇ ਬਚਨ ਨੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਬਚਨ ਹੈ ਉੱਥੇ, ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਇ ਗਿਰ ਭਰਿਆ ਪਰਾ ਕਲੇਜੇ ਛੇਕ। ਕਹਿੰਦੇ ਗੁਰੂ ਨੇ ਐਸਾ ਬਚਨਾਂ ਦਾ ਤੀਰ ਮਾਰਿਆ, ਹਿਰਦਾ ਵਿੰਨਿਆ ਗਿਆ ਔਰ ਲੱਗਦਿਆਂ ਸਾਰੇ ਥੱਲੇ ਡਿੱਗ ਪਿਆ। ਹੰਕਾਰ ਦੇ ਚਬਾਰਿਆਂ ਤੇ ਚੜ੍ਹਿਆ ਸੀ। ਮੇਰੇ ਵਰਗਾ ਕੌਣ ਨਾਮ ਜਪੀਆ, ਮੇਰੇ ਵਰਗਾ ਤਪੀਆ ਕੌਣ, ਮੇਰੇ ਵਰਗਾ ਪੁੰਨਦਾਨੀ ਕੌਣ। ਜਦੋਂ ਬਚਨ ਗੁਰੂ ਦਾ ਲੱਗਿਆ ਹਿਰਦੇ 'ਚ, ਕਹਿੰਦੇ ਥੱਲੇ ਆ ਗਿਆ, ਮੇਰਾ ਤਾਂ ਕੁਝ ਵੀ ਨਹੀਂ। ਫਿਰ ਕਹਿ ਦਿੱਤਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਜਦੋਂ ਬਾਣ ਵੱਜਿਆ ਔਰ ਕਹਿਣ ਲੱਗੇ ਉਹ ਪਰਿਪੂਰਨ ਪਰਮਾਤਮਾ ਨੇ ਐਸਾ ਬਾਣ ਚਲਾਇਆ, ਉੱਡੈ ਹੰਸ ਉਚਾਨ। ਉਹਦੀ ਉਹ ਸਤਾ ਰੂਪੀ ਬਾਣ ਨਾਲ ਨਾ ਹੰਸ ਉਡਾਰੀਆਂ ਬੜੀਆਂ ਉੱਚੀਆਂ ਮਾਰਦੇ ਨੇ, ਬੜੀਆਂ ਬੁਲੰਦੀਆਂ ਨੂੰ ਛੋਹਦੇ ਨੇ। ਕਿੰਨ ਪਹੁੰਚਾਇਆ, ਉਹਨਾਂ ਨੂੰ ਕਿੰਨੇ ਉੱਥੋਂ ਤੱਕ ਪਹੁੰਚਾਇਆ ਬਈ ਹੰਸਾਂ ਨੂੰ। ਉਹ ਪਰਮਾਤਮਾ ਨੇ ਉਹਨਾਂ ਦੇ ਪਰਾਂ ਵਿੱਚ ਤਾਕਤ ਦਿੱਤੀ, ਉਹਨਾਂ ਨੂੰ ਸਤਾ ਦਿੱਤੀ ਉੱਡਣ ਦੀ, ਤੇ ਉਹ ਉਡਾਰੀ ਭਰਦੇ ਨੇ। ਔਰ ਕਹਿੰਦੇ ਖੰਭੀ ਚੋਜ ਵਡਾਨ ਅਨ ਮਿਲਾਇਆ, ਉਹਨਾਂ ਖੰਭਾਂ ਦੇ ਨਾਲ ਔਰ ਜਿਹੜਾ ਸੀ ਉਹਨਾਂ ਚੋਜ ਕੌਤਕ ਕੀਤਾ, ਉਹਦੇ ਨਾਲ ਆ ਕਰਕੇ ਮਿਲਣਾ ਕੀਤਾ ਬੱਚਿਆਂ ਨੂੰ, ਆਪਣਿਆਂ ਨੂੰ। ਔਰ ਦੂਜੀ ਜਗ੍ਹਾ ਤੋਂ ਦੂਜੀ ਤੇ ਆ ਕੇ ਉਹਨਾਂ ਦਾ ਮਿਲਾਪ ਹੋਇਆ ਹੰਸਾਂ ਦਾ। ਕਹਿਣ ਲੱਗੇ ਹੋਇਆ ਕਿ ਧਰੂ ਚੜਿਆ ਅਸਮਾਨ ਨਾ ਟਲੇ ਟਲਾਇਆ। ਕਹਿੰਦੇ ਧਰੂ ਜਿਹੜਾ ਨਾ ਅਸਮਾਨ ਵਿੱਚ ਚੜ ਗਿਆ ਤੇ ਉਹ ਨਾ ਟਲੇ ਟਲਾਇਆ, ਕਿਸੇ ਦਾ ਟਾਲਿਆ ਹੋਇਆ ਟਲ ਨਹੀਂ ਸਕਦਾ, ਪਰੇ ਨਹੀਂ ਹਟ ਸਕਦਾ। ਧਰੂ ਭਗਤ ਦੀ ਗੱਲ ਆ। ਉਸ ਧਰੂ ਭਗਤ ਤੋਂ ਭਲੇ ਪੁਰਸ਼ਾਂ ਤੋਂ ਨਾ ਕੁਝ ਗ੍ਰਹਿਾਂ ਦੇ ਨਾਂ ਰੱਖੇ ਗਏ। ਸ਼ਾਇਦ ਮੈਂ ਅੱਗੇ ਵੀ ਇੱਕ ਦਿਨ ਬਿਆਨ ਕੀਤਾ ਸੀ, ਇਹ ਜਿਹੜਾ ਸੂਰਜ ਹੈ ਨਾ ਤਪਦਾ ਹੋਇਆ ਗ੍ਰਹਿ ਆ, ਇਹਨੂੰ ਕੋਈ ਮਤਲਬ ਨਹੀਂ, ਪਾਣੀ ਸਿੱਟੋ ਤੇ ਭਾਵੇਂ ਇਹਦੇ ਤੇ ਅੱਗ ਸਿੱਟੋ। ਇਹਦੇ ਤਪਦੇ ਗ੍ਰਹਿ ਦਾ ਨਾਂ ਇੱਕ ਰਾਜੇ ਤੋਂ ਰੱਖਿਆ ਗਿਆ, ਇੱਕ ਸੂਰਜਵੰਸ਼ੀ ਰਾਜਾ ਹੋਇਆ, ਉਹਦੇ ਤੋਂ ਫਿਰ ਸੂਰਜ ਵੰਸ਼ ਚੱਲੀ, ਨਾ ਕਿ ਇਹਦੇ ਤੋਂ ਚੱਲੀ। ਉਹਦੇ ਤਪ ਤੇਜ ਨੂੰ ਤੱਕ ਕੇ ਇਸ ਗ੍ਰਹਿ ਦਾ ਨਾਂ ਸੂਰਜ ਰੱਖਿਆ। ਇੱਕ ਸੂਰਜਵੰਸ਼ੀ ਜਿਹੜੀ ਹੈ ਨਾ ਔਰ ਵੰਸ਼ ਚੱਲੀ ਸੰਸਾਰ ਵਿੱਚ, ਇਹਨਾਂ ਦਾ ਬੜਾ ਲੰਬਾ ਚੌੜਾ ਇਤਿਹਾਸ ਹੈ। ਇੱਕ ਚੰਦਰਵੰਸ਼ੀ ਰਾਜਾ ਹੋਇਆ, ਉਹ ਅੱਤ ਦਾ ਠੰਡੇ ਸੁਭਾਅ ਵਾਲਾ ਔਰ ਬੜਾ ਪ੍ਰੇਮ ਵਾਲਾ, ਜਿਹਦੇ ਕੋਲ ਹਰ ਕੋਈ ਪਹੁੰਚ ਸਕਦਾ ਸੀ, ਬੈਠ ਸਕਦਾ ਸੀ। ਉਹ ਚੰਦਰਵੰਸ਼ੀ ਰਾਜੇ ਤੋਂ ਔਰ ਜਿਹੜਾ ਸੀ ਨਾ ਔਰ ਉਹਦੇ ਤੋਂ ਇੱਕ ਗ੍ਰਹਿ ਦਾ ਨਾਂ ਚੰਦਰਮਾ ਰੱਖਿਆ ਗਿਆ। ਤੇ ਜਿਹੜਾ ਸੀ ਨਾ ਸੂਰਜਵੰਸ਼ੀ ਰਾਜਾ, ਉਹਦੇ ਕੋਲ ਛੇਤੀ ਉਹਦੇ ਤਪ ਤੇਜ ਇੰਨਾ ਸੀ, ਉਹਦੇ ਕੋਲ ਕੋਈ ਬਹਿੰਦਾ ਨਹੀਂ ਸੀ, ਪਤਾ ਨਹੀਂ ਸੀ ਉਹਦਾ ਵੀ ਜੇ ਉਹਦੇ ਮਨ ਚ ਆਈ ਤੇ ਉੱਥੇ ਭੜਕਾ ਕੇ ਸੁੱਟ ਦੇ ਤੇ ਮਨ ਚ ਰਹਿਮਤ ਆ ਗਈ ਤੈਨੂੰ ਮਾਫ ਕਰ ਦੇ, ਕੋਈ ਡਰਦਾ ਜਾਂਦਾ ਨਹੀਂ ਸੀ। ਉਹਦੇ ਸੁਭਾਅ ਤੋਂ ਇਹਦਾ ਸੁਭਾਅ ਰੱਖਿਆ ਗਿਆ ਤਪ ਦੇ ਗ੍ਰਹਿ ਦਾ, ਔਰ ਉਹ ਸ਼ਾਂਤ ਗ੍ਰਹਿ ਦਾ ਨਾਂ ਚੰਦਰਵੰਸ਼ੀ ਰੱਖਿਆ ਗਿਆ। ਆਖਰ ਇਹ ਕੋਈ ਜਿੰਦਾ ਨਹੀਂ ਨੇ, ਇਹ ਗ੍ਰਹਿ ਨੇ। ਉਹ ਰਾਜੇ ਜਿਹੜੇ ਸਨ ਤਪ ਤੇਜ ਵਾਲੇ, ਬੰਦਗੀ ਵਾਲੇ ਭਲੇ ਪੁਰਸ਼ਾਂ ਦੇ ਨਾਂ ਤੇ ਕੋਈ ਤਾਰੀਖ ਬਣਦੀ ਆ, ਕੋਈ ਕੈਲੰਡਰ ਸ਼ੁਰੂ ਹੁੰਦਾ ਹੈ, ਐਵੇਂ ਹੀ ਪੁਰਾਣਿਆਂ ਪੁਰਸ਼ਾਂ ਦੇ ਨਾਂ ਤੇ ਗ੍ਰਹਿ ਸ਼ੁਰੂ ਹੋਏ, ਇਹਨਾਂ ਗ੍ਰਹਿਾਂ ਦੇ ਨਾਂ ਰੱਖੇ ਗਏ। ਇਸੇ ਤਰ੍ਹਾਂ ਭਗਤ ਧਰੂ ਹੋਇਆ, ਰਾਜੇ ਉਤਾਨਪਾਦ ਦਾ ਪੁੱਤਰ, ਉਹਦੇ ਨਾਂ ਤੇ ਤਾਰੇ ਮੰਡਲ ਦੇ ਵਿੱਚੋਂ ਇੱਕ ਚਮਕਦੇ ਦਮਕਦੇ ਤਾਰੇ ਦਾ ਨਾਂ ਲੋਕਾਂ ਨੇ ਧਰੂ ਰੱਖ ਦਿੱਤਾ।
ਧਰੂ ਉਹ ਤਾਰਾ ਤਾਂ ਇੱਕ ਗ੍ਰਹਿ ਆ, ਉਹਦੇ ਤੋਂ ਉਹਦਾ ਨਾਮ ਰੱਖਿਆ ਵੀ ਇਹ ਸਾਰਿਆਂ ਨੂੰ ਜ਼ਿਆਦਾ ਤਾਰੇ ਮੰਡਲ ਵਿੱਚੋਂ ਟਿਮਟਮਾਉਂਦਾ ਹੈ, ਚਮਕਦਾ ਹੈ। ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇਗਾ, ਉਹ ਅੱਜ ਵੀ ਕਹਿ ਦਿੰਦੇ ਧਰੂ ਤਾਰਾ। ਔਰ ਉਹਦੀ ਸਿਹਤ ਦੇ ਹਿਸਾਬ ਦੇ ਨਾਲ ਟਾਈਮ ਟੇਬਲ ਅੱਗੇ ਚਲਾਉਂਦੇ ਨੇ, ਬਈ ਇੰਨਾ ਟਾਈਮ ਹੋ ਗਿਆ, ਇਹਦੇ ਦਾਲੇ ਦਾਲੇ ਇੱਥੋਂ ਘੁੰਮ ਕੇ ਤਾਰੇ ਇੱਥੇ ਆ ਗਏ, ਇਹ ਚੌਂਕੜੀ ਇੱਥੇ ਆ ਗਈ, ਇੰਨਾ ਟਾਈਮ ਹੋ ਜਾਵੇਗਾ। ਐਉਂ ਟਾਈਮ ਹੈ ਤੇ ਕਈ ਵਾਰ ਘੜੀ 'ਤੇ ਵੇਖਿਆ ਵੀ ਔਰ ਉਨਾ ਟਾਈਮ ਹੀ ਹੁੰਦਾ ਹੈ। ਮੇਰੇ ਬਜ਼ੁਰਗ ਨੇ ਉਹ ਇਹਨੂੰ ਵੇਖ ਕੇ ਤਾਰਿਆਂ ਦੇ ਇਸ ਮੰਡਲ ਨੂੰ ਦੇਖ ਕੇ ਨਾ ਅਨਪੜ੍ਹ ਨੇ ਚਿੱਟੇ ਉਹ ਦੱਸ ਦਿੰਦੇ ਬਈ 4 ਵੱਜ ਗਏ ਹੁਣ ਆਹ ਟਾਈਮ ਹੋ ਗਿਆ। ਤੇ ਕਈ ਵਾਰ ਘੜੀ 'ਤੇ ਦੇਖੀਦਾ ਉਹੀ ਟਾਈਮ ਹੁੰਦਾ, ਕਈ ਵਾਰ ਅਨਪੜ੍ਹਤਾ ਕਰਕੇ ਮੈਂ ਥੋੜ੍ਹਾ ਬਾਹਲਾ ਫਰਕ ਹੁੰਦਾ, ਜ਼ਿਆਦਾ ਨਹੀਂ। ਔਰ ਉਹ ਇਹਨਾਂ ਗ੍ਰਹਿਾਂ ਦੇ ਨਾਮ ਰੱਖੇ ਗਏ ਨੇ। ਕਿਉਂ ਰੱਖਿਆ ਗਿਆ? ਬਈ ਧਰੂ ਜਿਹੜਾ ਛੋਟੀ ਉਮਰੇ ਵੱਡਿਆਂ ਦੇ ਵਿੱਚੋਂ ਜ਼ਿਆਦਾ ਚਮਕ ਵਾਲਾ ਬਣਿਆ, ਤਪ ਵਾਲਾ ਬਣਿਆ। ਤੇ ਉਹਨਾਂ ਵੇਖਿਆ ਤਾਰਾ ਜ਼ਿਆਦਾ ਚਮਕਦਾ, ਉਹਨਾਂ ਬਜ਼ੁਰਗਾਂ ਨੇ ਉਹਦਾ ਨਾਂ ਧਰੂ ਰੱਖ ਦਿੱਤਾ। ਬਈ ਸਾਰਾ ਤਾਰਾ ਮੰਡਲ ਹੈ ਪਰ ਸਭ ਤੋਂ ਚਮਕ ਜ਼ਿਆਦਾ ਇਹਦੀ ਬੰਦਗੀ ਵਾਲਾ, ਇਹ ਸਭ ਤੋਂ ਵੱਧ ਬੰਦਗੀ, ਇਹ ਬੰਦਗੀ ਵਾਲਾ ਬਣਿਆ, ਸਾਰੇ ਕਾਇਨਾਤ ਤੋਂ ਚਮਕਿਆ। ਉਮਰ ਭਾਵੇਂ ਛੋਟੀ, ਬੰਦਗੀ ਵੱਡੀ। ਔਰ ਤਾਂ ਉਹਦਾ ਨਾਂ ਧਰੂ ਰੱਖਿਆ। ਕਹਿੰਦੇ ਚੜਿਆ ਅਸਮਾਨ ਤੱਕ ਉਹਦੀ ਪਹੁੰਚ ਹੋਈ, ਨਾ ਟਲੇ ਟਲਾਇਆ। ਉਹਨੂੰ ਕੋਈ ਉਹਦੇ ਦਰ ਤੋਂ ਹਿਲਾ ਨਹੀਂ ਸਕਦਾ, ਟਾਲ ਨਹੀਂ ਸਕਦਾ, ਬੰਦਗੀ ਤੋਂ ਪਰੇ ਨਹੀਂ ਕਰ ਸਕਦਾ, ਟਾਲ ਮਟੋਲਾ ਨਹੀਂ ਉਹਦਾ ਕਰ ਸਕਦਾ। ਧਰੂ ਨੇ ਵੀ ਬਾਹਰ ਦਾ ਰਾਜ ਵੀ ਮਾਨਿਆ ਤੇ ਬ੍ਰਹਮ ਦੇ ਵਿੱਚ ਵੀ ਮਿਲਿਆ। ਤੇ ਪ੍ਰਹਿਲਾਦ ਵੀ ਉਹਨੇ ਵੀ ਬਾਹਰ ਦਾ ਰਾਜ ਵੀ ਮਾਣਿਆ ਤੇ ਔਰ ਪ੍ਰਮਾਤਮਾ ਨੂੰ ਵੀ ਮਿਲਿਆ। ਔਰ ਕਹਿਣ ਲੱਗੇ ਉਹ ਟਲਿਆ ਨਹੀਂ ਟਲਦੇ, ਬੜੇ ਟਾਲ ਮਟੋਲੇ ਸ਼ੇਰ ਖਾ ਜਾਣਗੇ, ਆ ਹੋ ਜੂ। ਹਣ ਕਿਤੇ ਪ੍ਰਹਿਲਾਦ ਨੂੰ ਟਾਲਣ ਦੇ ਥੋੜੇ ਕੰਮ ਕੀਤੇ ਗਏ, ਵੀ ਤੂੰ ਇਹ ਰੱਬ ਨੂੰ ਨਾ ਮੰਨ, ਟਲ ਜਾ ਇਸ ਗੱਲ ਤੋਂ। ਨਾ ਟਲਿਆ, ਕਿਸੇ ਦਾ ਟਾਲਿਆ ਹੋਇਆ ਤੇ ਰੱਬ ਉਹਦੀ ਮਦਦ ਤੇ ਆ ਗਿਆ। ਮਹਾਰਾਜ ਕਹਿੰਦੇ ਆ ਮਿਲੇ ਨਿਮਾਣੇ ਮਾਣ, ਜਿਹੜਾ ਨਿਮਾਣਾ ਹੋ ਜਾਂਦਾ ਹੈ ਔਰ ਜਿਹੜਾ ਕਹਿੰਦਾ ਮੇਰੀ ਤਾਂ ਕੋਈ ਇੱਜ਼ਤ ਨਹੀਂ, ਮੇਰਾ ਤਾਂ ਕੋਈ ਮਾਣ ਨਹੀਂ, ਉਹਨੂੰ ਫਿਰ ਪਰਮਾਤਮਾ ਮਾਣ ਤੇ ਸਤਿਕਾਰ ਦਿੰਦਾ ਹੈ। ਕਹਿੰਦੇ ਆਪ ਗਵਾਇਆ ਕਿਹਨਾਂ ਨੂੰ ਮਾਣ ਦਿੰਦਾ? ਜਿਨ੍ਹਾਂ ਆਪਣਤ ਨੂੰ ਗਵਾ ਲਿਆ, ਮੈਂ ਮੇਰੀ ਨੂੰ ਗਵਾ ਲਿਆ। ਆਪ ਗਵਾਈਏ ਤਾਂ ਸਹੁ ਪਾਈਏ, ਔਰ ਕੈਸੀ ਚੁਤਰਾਈ ਦਰਗਹਿ ਪਤ ਪਰਵਾਨ। ਉਹਨਾਂ ਦੀ ਪਤ ਇੱਜ਼ਤ ਦਰਗਾਹ ਦੇ ਵਿੱਚ ਪ੍ਰਵਾਨੀਕ ਹੁੰਦੀ ਹੈ, ਸੋਭਾ ਵਾਲੀ ਹੁੰਦੀ, ਰੱਬ ਨੂੰ ਉਹ ਪ੍ਰਵਾਨਿਤ ਹੁੰਦੇ ਆ। ਗੁਰਮੁਖ ਧਿਆਇਆ, ਕਿਹਨਾਂ ਦੀ ਪਤ ਪ੍ਰਵਾਨ ਹੁੰਦੀ? ਜਿਹੜੇ ਗੁਰਮੁਖਾਂ ਨੇ ਰੱਬ ਨੂੰ ਧਿਆਇਆ, ਜਪਿਆ, ਆਰਾਧਿਆ। ਇਹ ਭਾਈ ਗੁਰਦਾਸ ਜੀ ਨੇ ਆ ਸਾਡੇ ਤੇ ਮਿਹਰਬਾਨੀ ਕਰਦਿਆਂ ਸਾਨੂੰ ਦਰਸਾਇਆ। ਅਸੀਂ ਵੀ ਇੱਕ ਓੰਕਾਰ ਨਾਲ ਜੁੜੀਏ, ਰੱਬ ਨਾਲ ਜੁੜੀਏ, ਨਿਰਗੁਣ ਨਾਲ ਜੁੜੀਏ। ਸਰਗੁਣ ਸਰੂਪ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਤਿਗੁਰੂ ਦਾ ਸ਼ੁਕਰ ਕਰਿਆ ਕਰੀਏ। ਜਿਹੜੇ ਪਰਿਵਾਰਾਂ ਵਾਲੇ ਆ ਔਰ ਸਰੀਰਾਂ ਵਾਲੇ ਆ ਨਾ, ਸਵਸਥਤਾ ਸਾਡੇ ਕੋਲ, ਰੱਬ ਦਾ ਸ਼ੁਕਰ ਕਰਿਆ ਕਰੀਏ। ਮਹਾਰਾਜ ਸ਼ੁਕਰ ਹੈ ਤੇਰਾ, ਇਹ ਚਹਿਲ ਮਹਿਲ ਖੁਸ਼ੀ ਔਰ ਜਿਹੜੀ ਹੈ ਨਾ ਤੇਰੀ ਬਖਸ਼ੀ ਹੈ। ਕਾਰੋਬਾਰ ਦੇ ਅੰਦਰ ਬੰਦਾ ਬੜਾ ਖੁਸ਼ ਹੁੰਦਾ, ਮੈਨੂੰ ਬੜਾ ਨਫਾ ਹੋ ਗਿਆ, ਬਹੁਤ ਕੁਝ ਹੋ ਗਿਆ, ਅੱਜ ਤਾਂ ਬੱਲੇ ਬੱਲੇ ਹੋ ਗਈ। ਪਰ ਉਹ ਕਿਰਵਾਈ ਕਿਹਦੀ ਹੈ ਇਹ ਨਹੀਂ ਕਦੇ ਸੋਚਿਆ ਵੀ ਉਹ ਕਿੰਨੇ ਦਿੱਤੀ ਆ, ਉਹ ਵਡਿਆਈ ਕਿੰਨੇ ਦਿੱਤੀ, ਉਹ ਧਨ ਕਿੰਨੇ ਦਿੱਤਾ ਹੈ? ਉਹ ਮਾਲਕ ਨੇ। ਮਾਲਕ ਦੇ ਸ਼ੁਕਰ ਵਿੱਚ ਜੁੜਿਆ ਕਰੀਏ, ਮਾਲਕ ਦੀ ਬੰਦਗੀ ਕਰਿਆ ਕਰੀਏ, ਉਹਨੂੰ ਸਿਮਰਿਆ ਕਰੀਏ। ਦਿਖਾਵੇ ਮਾਤਰ ਨਹੀਂ, ਆਪਣੇ ਆਪ ਲਈ, ਆਪਦੇ ਭਲੇ ਲਈ। ਅਸੀਂ ਕਿਸੇ ਲਈ ਤਾਂ ਪਰੇ ਦੀ ਗੱਲ ਹੈ ਨਾ ਕੁਝ ਕਰਨਾ, ਇਹਦਾ ਪਤਾ ਨਹੀਂ ਕਰੀਏ ਕਿ ਨਾ ਕਰੀਏ ਤਾਂ ਗਾਂਹ ਦੀਆਂ ਗੱਲਾਂ ਹੈ। ਔਰ ਆਪਣੇ ਪਰਿਵਾਰ ਲਈ ਜ਼ਰੂਰ ਕਰਦੇ। ਤੇ ਆਪਾਂ ਜੇ ਸਾਰੇ ਚਾਹੁੰਦੇ ਆ ਨਾ, ਜਿੰਨੀ ਸੰਗਤ ਆਪ ਗੁਰੂ ਘਰਾਂ 'ਚ ਆਉਣ ਵਾਲੇ ਹੋ, ਮੰਦਰ ਮਸਜਿਦ ਗੁਰਦੁਆਰਿਆਂ 'ਚ ਜਾਣ ਵਾਲੇ ਹੋ, ਔਰ ਉਹ ਸਾਰੇ ਦੇ ਸਾਰੇ ਘਰਾਂ 'ਚ ਬਾਣੀ ਪੜ੍ਹਿਆ ਕਰੋ, ਸਿਮਰਨ ਕਰਿਆ ਕਰੋ ਵੱਧ ਤੋਂ ਵੱਧ। ਜਦੋਂ ਤੁਹਾਡੇ ਘਰਾਂ 'ਚ, ਬਾਹਰੀ ਘਰਾਂ 'ਚ, ਹਿਰਦੇ ਘਰਾਂ 'ਚ ਬਾਣੀ ਆ ਜਾਵੇਗੀ, ਬਾਣੀ ਦਾ ਵਾਸਾ ਹਿਰਦੇ ਘਰਾਂ 'ਚ, ਬਾਹਰੀ ਘਰਾਂ 'ਚ ਹੋ ਜਾਵੇਗਾ, ਯਾਦ ਰੱਖਣਾ ਦੁੱਖ ਰੋਗ ਰਹਿਣਗੇ ਨਹੀਂ। ਜਿੱਥੇ ਬਾਣੀ ਦਾ ਵਾਸਾ ਹੋ ਜਾਵੇ
ਔਰ ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ ਸੱਚ ਜਾਣਿਆ ਜੇ ਅਜੇ ਬਾਣੀ ਦਾ ਵਾਸਾ ਨਹੀਂ ਕੀਤਾ। ਬਾਣੀ ਲਈ ਤਾਂ ਸਾਡੇ ਕੋਲ ਨਾ ਪੜ੍ਹਨ ਲਈ ਟਾਈਮ ਨਹੀਂ, ਨਾ ਸੁਣ ਲਈਏ, ਤੇ ਬਾਣੀ ਲਈ ਸਾਡੇ ਘਰਾਂ 'ਚ ਜਗ੍ਹਾ ਨਹੀਂ। ਸ਼ਰਾਬ ਪੀਣ ਵਾਲੇ ਨਾ, ਜਿਹੜੇ ਸ਼ਰਾਬ ਪੀਣ ਵਾਲੇ, ਔਰ ਉਹਨਾਂ ਨੇ ਘਰਾਂ 'ਚ ਆਪਣੇ ਪਹਿਲਾਂ ਹੀ ਲੰਬਾਰੀਆਂ ਬਣਾਈਆਂ ਹੁੰਦੀਆਂ ਨੇ, ਇੱਥੇ ਕਾ ਇੱਧਰਲੀ ਬੋਤਲ ਰੱਖਾਂਗੇ, ਇੱਥੇ ਰੱਖਾਂਗੇ, ਇੱਥੇ ਆਏ ਗਏ ਲਈ ਆਹ ਰੱਖਾਂਗੇ। ਤੇ ਅਸੀਂ ਜਿਹੜੇ ਸਿੱਖ ਕਹਾਉਣੇ ਆ ਨਾ, ਕਦੇ ਘਰ ਕਮਰਾ ਪਾਉਣ ਲੱਗਿਆ ਸੋਚਿਆ ਹੀ ਨਹੀਂ ਬਈ ਸਾਡੇ ਘਰੇ ਮਹਾਰਾਜ ਨੇ ਵੀ ਆਉਣਾ ਖੁਸ਼ੀ ਗਮੀ ਦੇ ਸਮੇਂ, ਤੇ ਉਹ 4 ਕਿੱਲ ਲਾਉਣੇ ਹੁੰਦੇ ਉਹ ਹੀ ਭੁੱਲ ਜਾਂਦੇ। ਚੰਗਾ ਤਾਂ ਇਹ ਹੋਵੇ ਬਈ ਘਰ ਦੀ ਆਰੰਭਤਾ ਦੇ ਨਾਲ ਘਰ ਵਿੱਚ ਜਗ੍ਹਾ ਬਣਾਈ ਜਾਵੇ ਮੇਰੇ ਸਤਿਗੁਰੂ ਦੀ। ਸਾਡੇ ਘਰੇ ਗੁਟਕਾ ਸਾਹਿਬ ਰੱਖਣ ਜੋਗੀ ਜਗ੍ਹਾ ਨਹੀਂ ਹੁੰਦੀ, ਹੋਰ ਛੱਡੋ, ਉਹ ਰੱਖਣ ਜੋਗੀ ਜਗ੍ਹਾ ਨਹੀਂ ਹੁੰਦੀ। ਵੀ ਪੋਥੀ ਸਾਹਿਬ ਰੱਖ ਲਈਏ, ਗੁਟਕਾ ਸਾਹਿਬ ਰੱਖ ਲਈਏ, ਉਨੀ ਜਗ੍ਹਾ ਹੋਵੇ। ਸਾਡੇ ਘਰਾਂ 'ਚ ਅਸੀਂ ਮਹਾਰਾਜ ਨੂੰ ਜਗ੍ਹਾ ਨਹੀਂ ਦਿੱਤੀ, ਤੇ ਫਿਰ ਉਹਨਾਂ ਨੇ ਜਿਹੜੀਆਂ ਨੇ ਔਰ ਬਦਰੂਹਾਂ ਨੇ ਉਹਨਾਂ ਨੇ ਵਾਸਾ ਕਰਨਾ ਹੈ ਨਾ। ਜੇ ਸਾਡੇ ਘਰਾਂ 'ਚ ਬਾਣੀ ਗੁਰੂ ਦਾ ਵਾਸਾ ਹੋਵੇ ਨਾ, ਤੇ ਸਾਡੇ ਹਿਰਦਿਆਂ 'ਚ ਬਾਣੀ ਦਾ ਵਾਸਾ ਹੋਵੇ, ਘਰਾਂ 'ਚ ਬਾਣੀ ਪੜ੍ਹੀ ਜਾਵੇ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿੱਥੇ ਬਾਣੀ ਆ ਜਾਂਦੀ ਆ ਨਾ, ਉੱਥੇ ਜਿੱਡਾ ਮਰਜੀ ਕੋਈ ਤੰਤਰੀ ਮੰਤਰੀ ਜੰਤਰੀ ਸ਼ੰਤਰੀ ਔਰ ਅੱਡੇ ਚੋਟੀ ਦਾ ਜ਼ੋਰ ਲਾ ਲੇ, ਉੱਥੇ ਕੱਖ ਨਹੀਂ ਕਰ ਸਕਦਾ। ਇਸ ਕਰਕੇ ਬਾਣੀ ਨੂੰ ਆਧਾਰ ਬਣਾਈਏ, ਘਰਾਂ ਵਿੱਚ ਜੀਵਨ ਵਿੱਚ ਬਾਣੀ ਲਿਆਈਏ, ਉਹਦੀ ਭੈ ਭਾਵਨੀ ਰੱਖੀਏ, ਗੁਰੂ ਤੇ ਭਰੋਸਾ ਰੱਖੀਏ, ਇੱਧਰ ਉੱਧਰ ਪਖੰਡਾਂ ਤੋਂ ਵਹਿਮਾਂ ਤੋਂ ਬਾਜ ਆਈਏ, ਇੱਕ ਨਾਲ ਜੁੜ ਜਾਈਏ, ਇੱਕ ਦੇ ਹੋ ਜਾਈਏ, ਫਿਰ ਸਾਡਾ ਆਇਆ ਸਫਲਾ। ਇੰਨੀਆਂ ਬੇਨਤੀਆਂ ਪ੍ਰਵਾਨ। ਸਤਿਗੁਰੂ ਮਿਹਰ ਕਰਨ, ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੜ